ਸਾਨੂੰ ਦਖਲ ਅੰਦਾਜ਼ੀ ਪਸੰਦ ਨਹੀਂ। ਇਹ ਆਪਣੇ ਬੱਚਿਆਂ ਦਾ ਕਹਿਣਾ ਕਿ ਵੀ ਤੁਸੀਂ ਸਾਡੀ ਲਾਈਫ 'ਚ ਇੰਟਰਫੇਅਰ ਕਰਨ ਲੱਗ ਗਏ ਹੋ ਤੇ ਫਿਰ ਮਾਪਿਆਂ ਨੂੰ ਇੱਕ ਲੱਗਦਾ ਸ਼ੌਕ। ਸ਼ਾਂਤ ਜਿਹੀ ਹੋ ਗਿਆ ਯੂਥ, ਬੋਲਣਾ ਚਾਹੁੰਦੇ ਨਹੀਂ ਆ ਪੇਰੈਂਟਸ ਦੇ ਨਾਲ। ਸਾਡੇ ਬੱਚਿਆਂ ਦੇ ਲੱਗਦਾ ਕੋਈ ਇਮੋਸ਼ਨਸ ਹੀ ਨਹੀਂ। ਇਹ ਕਿੱਦਾਂ ਦੀ ਜਨਰੇਸ਼ਨ ਹੈ? ਮੈਂ ਅਕਸਰ ਪੁੱਛਦਾ ਕਿ ਤੁਹਾਨੂੰ ਕਿਉਂ ਲੱਗਦਾ ਹੈ ਕਿ ਜੋ ਤੁਸੀਂ ਕਹਿ ਰਹੇ ਹੋ ਬੱਚੇ ਤੱਕ ਪਹੁੰਚ ਨਹੀਂ ਰਿਹਾ? ਉਹ ਕਿਉਂ ਆ? ਕਿਉਂਕਿ ਕਨੈਕਸ਼ਨ ਨਹੀਂ ਹੈਗਾ। ਪਰ ਫਿਰ ਮੈਂ ਵੀ ਪੁੱਛਦਾ ਕਿ ਤੁਸੀਂ ਇਹ ਪੁੱਛੋ ਆਪਣੇ ਆਪ ਨੂੰ ਕਿ ਬੱਚੇ ਪੈਦਾ ਕਿਉਂ ਕੀਤੇ ਸੀਗੇ? ਪੇਰੈਂਟਸ ਵੀ ਤਾਂ ਹੈਲਪਲੈਸ ਫੀਲ ਕਰਦੇ ਆ ਕਿ ਵੀ ਹੁਣ ਮੈਨੂੰ ਹੀ ਸਾਰੇ ਜਣੇ ਚੇਂਜ ਕਰਨ ਨੂੰ ਕਹੀ ਜਾਂਦੇ ਕਿ ਮੈਂ ਆਪਣੇ ਆਪ 'ਚ ਚੇਂਜ ਹੋ ਜਾਵਾਂ। ਇਹ ਬੱਚੇ ਗਰੋ ਹੋ ਰਹੇ ਆ, ਇਹ ਡਿਵੈਲਪਮੈਂਟਲ ਸਟੇਜ 'ਚ, ਇਹਨਾਂ ਨੂੰ ਚੇਂਜ ਹੋਣਾ ਚਾਹੀਦਾ। ਜਿਹੜਾ ਬੱਚੇ ਦਾ ਪਹਿਲਾ ਐਕਸਪੀਰੀਅੰਸ ਆ ਸੇਫਟੀ ਦਾ, ਕਿ ਮੈਂ ਕਿਸੇ ਕੋਲ ਜਾ ਸਕਦਾ ਹਾਂ, ਮੈਂ ਆਪਣੇ ਮਾਂ-ਬਾਪ ਕੋਲ ਜਾ ਸਕਦਾ ਹਾਂ ਜੇ ਮੈਂ ਸੇਫ ਨਹੀਂ ਮਹਿਸੂਸ ਕਰਦਾ। ਤੇ ਸੋਚੋ ਜੇ ਉਹੀ ਨਹੀਂ ਹੈਗਾ ਤੇ ਫਿਰ ਜਾਵੇ ਕਿੱਥੇ? ਫਿਰ ਲੁਕਾਉਣਗੇ, ਫਿਰ ਝੂਠ ਬੋਲਣਗੇ। ਜੀ, ਬਿਕੋਜ਼ ਇਟਸ ਦ ਟਰਸਟ। ਠੀਕ ਹੈ ਕਿ ਜੇ ਮੈਂ ਸੱਚ ਬੋਲਿਆ ਤੇ ਉਹਨਾਂ ਨੇ ਕੀ ਰਿਐਕਟ। ਸੋਸ਼ਲ ਮੀਡੀਆ ਇੱਕ ਚੈਲੰਜ ਆ ਜੋ ਕਿ ਡਿਸਕਨੈਕਟ ਕਰ ਰਿਹਾ ਕਿਉਂਕਿ ਬੱਚੇ ਪਹਿਲਾਂ ਹੀ ਐਕਸਪੋਜ਼ ਨੇ ਤੇ ਉਹ ਜ਼ਿਆਦਾ ਕਨੈਕਟਡ ਫੀਲ ਕਰਦੇ ਆ ਨਾ। ਕਿਉਂਕਿ ਦੇਖੋ ਜੀ ਸੋਸ਼ਲ ਮੀਡੀਆ ਤੇ ਤੁਹਾਨੂੰ ਚੋਇਸ ਵੀ ਮਿਲਦੀ ਹੈ। ਮੈਨੂੰ ਪਤਾ ਹੈ ਕਿ ਮੈਨੂੰ ਸ਼ਟ ਆਫ ਕਰ ਦੇਣਾ ਜਦੋਂ ਮੇਰੇ ਲਈ ਓਵਰਵੈਲਮ ਹੋਇਆ, ਪਰ ਹੁਣ ਪੇਰੈਂਟਸ ਨੂੰ ਤੇ ਔਖਾ ਨਾ ਸ਼ਟ ਆਫ ਕਰਨਾ। ਉਹ ਤੇ ਐਪ ਬੰਦ ਕਰਤੀ ਤੇ ਚਲੋ ਜੀ। ਪੜ੍ਹਾਈ ਬਾਰੇ ਵੀ ਉਹਨਾਂ ਦੀ ਫਿਕਰ ਹੈ ਕਿ ਇਹਨਾਂ ਦਾ ਫਿਊਚਰ ਸੈੱਟ ਹੋ ਜਾਵੇ, ਆਦਤਾਂ ਇਹਨਾਂ ਦੀਆਂ ਚੰਗੀਆਂ ਹੋਣ, ਮਾੜੀਆਂ ਆਦਤਾਂ ਮਾੜੀ ਸੰਗਤ 'ਚ ਨਾ ਪੈ ਜਾਣ। ਘਰ ਦੇ ਵਿੱਚ ਉਹਨਾਂ ਦਾ ਰਹਿਣਾ ਸਹਿਣਾ ਕਿੱਦਾਂ ਦਾ ਆ? ਇਹ ਤਾਂ ਕਮਰੇ ਦੀ ਸਫਾਈ ਨਹੀਂ ਕਰਦੇ, ਤੁਸੀਂ ਬਾਹਰ ਜਾ ਕੇ ਕੀ ਕਰ ਲੂੰਗੇ? ਇਹੋ ਜਿਹੀਆਂ ਗੱਲਾਂ। ਫਿਰ ਉਹ 17 ਸਾਲ ਦਾ ਬੱਚਾ ਤੁਹਾਡੇ ਕੋਲੋਂ ਮਰਸੀਡੀਜ਼ ਮੰਗਣ ਲੱਗ ਗਿਆ ਆ। ਇੱਕ ਜਿਹੜੀ ਖਾਲੀਪਨ ਬਣ ਜਾਂਦਾ ਆ, ਜਿਹੜੀ ਚੀਜ਼ ਘਰੋਂ ਨਹੀਂ ਮਿਲੀ ਹੁੰਦੀ, ਉਹ ਫਿਰ ਖਾਲੀਪਨ ਨੂੰ ਪੂਰਾ ਕਰਨ ਲਈ ਭਾਵੇਂ ਤੁਸੀਂ ਉਹਨੂੰ ਐਡਿਕਸ਼ਨ ਕਹਿ ਲਓ, ਭਾਵੇਂ ਤੁਸੀਂ ਜੋ ਮਰਜ਼ੀ ਨਾਮ ਉਹਨੂੰ ਦੇਣਾ ਉਹਦੇ ਬਾਅਦ ਦੇ ਵਿੱਚ, I feel like ਉਹ ਐਕਸਪੀਰੀਅੰਸ ਜਦੋਂ ਮਿਸ ਆਊਟ ਹੋ ਜਾਂਦਾ ਨਾ, ਫਿਰ ਇਟਸ ਈਜ਼ੀਅਰ ਫॉर them to slip away। ਯਕੀਨੀ ਗੱਲ ਹੈ ਕਿ ਜਿਹੜੇ ਟੀਨੇਜਰਸ ਦੇ ਨਾਲ ਪੇਰੈਂਟਸ ਜਿਸ ਤਰ੍ਹਾਂ ਦਾ ਵਰਤਾਅ ਜਿਹੜਾ ਉਹ ਆਪਣੇ ਘਰ ਦੇ ਵਿੱਚ ਰੱਖਦੇ ਨੇ, ਉਸ ਦਾ ਅਸਰ ਉਹਨਾਂ ਦੇ ਐਡਲਟਹੁੱਡ ਦੇ ਵਿੱਚ ਦੇਖਣ ਨੂੰ ਮਿਲਣਾ ਹੀ ਹੈ। ਵੈਸੇ ਤਾਂ ਇਹ ਗੱਲ ਜਦੋਂ ਬੱਚੇ ਛੋਟੇ ਨੇ ਉਦੋਂ ਵੀ ਢੁੱਕਦੀ ਹੈ ਤੇ ਕਈ ਵਾਰੀ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਅੱਛਾ ਜਦੋਂ ਤਾਂ ਬੱਚੇ ਛੋਟੇ ਸੀ ਉਦੋਂ ਤਾਂ ਠੀਕ ਸੀਗਾ, ਪਰ ਹੁਣ ਸਾਨੂੰ ਫਿਕਰ ਜਿਹੀ ਹੋਣ ਲੱਗ ਗਈ ਹੈ। ਬੱਚੇ ਵੱਡੇ ਹੋ ਰਹੇ ਆ, ਬੱਚੇ ਜਵਾਨ ਹੋ ਰਹੇ ਆ, ਉਹਨਾਂ ਦੀਆਂ ਚੇਂਜਸ ਜਿਹੜੀਆਂ ਫਿਜ਼ੀਕਲੀ ਉਹ ਆਪਣੇ ਆਪ ਦੇ ਵਿੱਚ ਫੀਲ ਕਰਦੇ ਨੇ ਤੇ ਜਿਹੜੀਆਂ ਲੋਕਾਂ ਨੂੰ ਦਿਸਦੀਆਂ ਨੇ ਤੇ ਜਿਹੜੀਆਂ ਉਹ ਸਿਰਫ ਪੇਰੈਂਟਸ ਹੀ ਸਮਝ ਸਕਦੇ ਨੇ। ਇਸ ਤੋਂ ਇਲਾਵਾ ਜਿਹੜੀਆਂ ਮੈਂਟਲ ਵੈਲਬੀਇੰਗ ਨੂੰ ਲੈ ਕੇ ਚੇਂਜਸ ਆ ਰਹੀਆਂ ਨੇ, ਉਹ ਮੂਡੀ ਬਹੁਤ ਜ਼ਿਆਦਾ ਹੋ ਜਾਂਦੇ ਆ। ਉਹਨਾਂ ਦੀਆਂ ਐਕਸਪੈਕਟੇਸ਼ਨਸ ਜਿਹੜੀਆਂ ਆਪਣੇ ਆਪ ਤੋਂ ਵਧਣ ਲੱਗ ਜਾਂਦੀਆਂ ਤੇ ਪੇਰੈਂਟਸ ਤੋਂ ਥੋੜ੍ਹੀਆਂ ਜਿਹੀਆਂ ਐਕਸਪੈਕਟੇਸ਼ਨਸ ਤਾਂ ਵੱਧਦੀਆਂ, ਪਰ ਉਹਦੇ ਨਾਲ ਹੀ ਇਹ ਕਿ ਸਾਨੂੰ ਦਖਲ ਅੰਦਾਜ਼ੀ ਪਸੰਦ ਨਹੀਂ। ਇਹ ਆਪਣੇ ਬੱਚਿਆਂ ਦਾ ਕਹਿਣਾ ਕਿ ਵੀ ਤੁਸੀਂ ਸਾਡੀ ਲਾਈਫ 'ਚ ਇੰਟਰਫੇਅਰ ਕਰਨ ਲੱਗ ਗਏ ਹੋ ਤੇ ਫਿਰ ਮਾਪਿਆਂ ਨੂੰ ਇੱਕ ਲੱਗਦਾ ਸ਼ੌਕ। ਪੇਰੈਂਟਸ ਓਬਵੀਅਸਲੀ ਵੁੱਡ ਫੀਲ ਕਿ ਕਿਹੋ ਜਿਹੇ ਇਮੋਸ਼ਨਲੈਸ ਬੱਚੇ ਨੇ ਸਾਡੇ। ਔਰ ਅੱਜ ਕੱਲ੍ਹ ਕਿਉਂਕਿ ਟੈਕਨੋਲੋਜੀ ਦਾ ਟਾਈਮ ਹੈ, ਇਸ ਕਰਕੇ ਤਾਂ ਛੇਤੀ ਹੀ ਪੇਰੈਂਟਸ ਇਸ ਗੱਲ ਨੂੰ ਕਹਿ ਦਿੰਦੇ ਆ ਕਿ ਬਈ ਸਾਡੇ ਬੱਚਿਆਂ ਦੇ ਲੱਗਦਾ ਕੋਈ ਇਮੋਸ਼ਨਸ ਹੀ ਨਹੀਂ। ਇਹ ਕਿੱਦਾਂ ਦੀ ਜਨਰੇਸ਼ਨ ਹੈ? ਸੋ ਇਨੀ ਜਨਰੇਸ਼ਨ ਐਂਡ ਯੂਥ ਯੰਗਸਟਰਸ ਨੂੰ ਲੈ ਕੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਮੇਰੇ ਨਾਲ ਸ਼ਾਮਲ ਹੋ ਰਹੇ ਨੇ ਅਮਰਪ੍ਰੀਤ ਸਿੰਘ ਚੀਨਾ, ਜਿਹੜੇ ਕਿ ਯੂਥ ਕਾਉਂਸਲਰ ਨੇ ਵਿਦ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼। ਆਪਣੇ PCHS ਕੈਲਗਰੀ ਦੇ ਵਿੱਚ ਇਹ ਸੇਵਾਵਾਂ ਦੇ ਰਹੇ ਨੇ ਔਰ ਇਨੀ ਦਿਨੀ ਯੂਥ ਪ੍ਰੋਗਰਾਮਸ ਜਿਹੜੇ ਸ਼ੁਰੂ ਹੋਏ ਨੇ ਇਹ ਉਹਨਾਂ ਨੂੰ ਫੈਸਿਲਿਟੇਟ ਕਰਦੇ ਨੇ। ਅਮਰ, ਵੈਲਕਮ, ਗੁੱਡ ਆਫਟਰਨੂਨ। ਸਤਿ ਸ਼੍ਰੀ ਅਕਾਲ ਸਾਰੇ ਨੂੰ ਮੇਰੇ ਵੱਲੋਂ। ਯੈਸ। ਸੋ ਅਮਰ, ਤੁਸੀਂ ਯੂਥ ਗਰੁੱਪਸ ਚਲਾਉਂਦੇ ਹੋ, ਇਹ ਜਿਹੜੇ ਪੇਰੈਂਟਸ ਦੇ ਨਾਲ ਵੀ ਤੁਹਾਡੀ ਗੱਲਬਾਤ ਹੁੰਦੀ ਰਹਿੰਦੀ ਹੋਊਗੀ ਕੰਟੀਨਿਊਸਲੀ। ਕੀ ਲੱਗਦਾ ਅੱਜ ਕੱਲ੍ਹ ਦੇ ਕੰਸਰਨਸ ਕਿਹੋ ਜਿਹੇ ਹੈ? ਆਈ ਥਿੰਕ ਸੋ ਇੱਕ ਲਾਈਨ 'ਚ ਤੇ ਕਹਿਣਾ ਬੜਾ ਔਖਾ ਹੋਊਗਾ, ਬਟ ਜੋ ਮੇਰੇ ਕੰਨਾਂ ਨੂੰ ਅਕਸਰ ਸੁਣਨ ਨੂੰ ਮਿਲਦਾ ਹੈ ਕਿ ਬੱਚੇ ਲੇਜ਼ੀ ਬਹੁਤ ਹੋ ਗਏ ਆ। ਕੁਛ ਕਰਦੇ ਹੀ ਨਹੀਂ ਆ, ਸੁਣਦੇ ਹੀ ਨਹੀਂ ਗੇ। ਅਸੀਂ ਬਥੇਰਾ ਕਹੀਦਾ ਆ ਪਰ ਕੋਈ ਗੱਲ ਪਹੁੰਚਦੀ ਨਹੀਂ ਉਹਨਾਂ ਤੱਕ। ਸੋ ਜਿਹੜਾ ਡਿਸਕਨੈਕਸ਼ਨ ਜਿਹੜਾ ਫੀਲ ਹੁੰਦਾ ਆ, ਵਿਚ ਇਜ਼ ਨਾਟ ਓਨਲੀ ਪੇਰੈਂਟਸ ਵੱਲੋਂ ਪਰ ਆਈ ਥਿੰਕ ਸੋ ਯੂਥ ਵੱਲੋਂ ਵੀ। ਤੇ ਮੈਨੂੰ ਲੱਗਦਾ ਸ਼ਾਂਤ ਜਿਹੀ ਹੋ ਗਿਆ ਯੂਥ, ਕਿ ਬੋਲਣਾ ਚਾਹੁੰਦੇ ਨਹੀਂ ਆ ਪੇਰੈਂਟਸ ਦੇ ਨਾਲ। ਤੇ ਮੈਂ ਅਕਸਰ ਸੋਚਦਾ ਵੀ ਆ ਕਿ ਇਹ ਡਿਸਕਨੈਕਟ ਕਿੱਥੋਂ ਪੈਦਾ ਹੋ ਰਿਹਾ ਤੇ ਕਿੱਦਾਂ ਇਹਨੂੰ ਹੋਰ ਫੀਡ ਕਿੱਦਾਂ ਮਿਲ ਰਹੀ ਆ, ਤੇ ਇਹਨੂੰ ਕਿਵੇਂ ਡਿਸਕਨੈਕਸ਼ਨ ਨੂੰ ਕਨੈਕਸ਼ਨ 'ਚ ਬਦਲਿਆ ਜਾਵੇ। ਤੇ ਇਹ ਸਵਾਲ ਅਕਸਰ ਮੈਂ ਪੁੱਛਦਾ ਹੀ ਰਹਿਣਾ ਆਪਣੇ ਆਪ ਨੂੰ ਵੀ ਤੇ ਦੂਜੇ ਮੇਰੇ ਕਲੀਗਸ ਨੂੰ ਵੀ। That's so true. We try to understand because empathize ਕਰਨਾ ਸੀ ਕਹਿੰਦੇ ਹੋਣੇ ਕਿ ਚੱਲ ਜੇ ਸਾਡੀ ਉਮਰ ਵੱਡੀ ਹੋ ਗਈ, ਸਾਡੇ ਤੋਂ ਜਿਹੜੇ ਛੋਟੇ ਆ ਉਹ ਕੀ ਫੀਲ ਕਰ ਰਹੇ ਨੇ, ਕਿਹੜੇ ਕੰਪੋਨੈਂਟਸ ਇਹਨਾਂ ਦੀ ਲਾਈਫ ਦੇ ਵਿੱਚ, ਕਿੱਦਾਂ ਦੇ ਫੈਕਟਰਸ ਨੇ ਜਿਹਦੇ ਕਰਕੇ ਉਹ ਅਫੈਕਟ ਹੋ ਰਹੇ ਆ। ਜੀ ਐਬਸੋਲੂਟਲੀ। ਜੇ ਇੱਕ ਸਵਾਲ ਦੀ ਜੇ ਮੈਂ ਗੱਲ ਕਰਾਂ ਹੁਣ ਜਿਹੜਾ ਲੇਜ਼ੀ ਵਾਲਾ ਆ, ਤੇ ਜੇ ਆਪਾਂ ਨੂੰ ਰੀਫਰੇਮ ਕਰ ਦਈਏ, ਜੇ ਆਪਾਂ ਨਾ ਕਹੀਏ ਕਿ ਨਹੀਂ ਇਹ ਲੇਜ਼ੀ ਕਿਉਂ, ਜੇ ਆਪਾਂ ਇਹ ਕਹੀਏ ਕਿ ਅਨਇੰਸਪਾਇਰਡ ਕਿਉਂ ਨੇ ਜਾਂ ਫਿਰ ਅਨਮੋਟੀਵੇਟਡ ਕਿਉਂ ਨੇ, ਕਿ ਮੋਟੀਵੇਸ਼ਨ ਕਿੱਥੇ ਚਲੇਗੀ। ਤੇ ਜੇ ਆਪਾਂ ਗੱਲ ਕਰੀਏ अर्ਲੀ ਚਾਈਲਡਹੁੱਡ ਦੀ, ਤੇ ਪਹਿਲਾ ਸਕੂਲ ਤੇ ਪੇਰੈਂਟਸ ਹੀ ਹੁੰਦਾ ਨਾ। ਪਹਿਲਾ ਜਿਹੜਾ ਐਕਸਪੋਜ਼ਰ ਜਿਹੜਾ ਮਿਲਦਾ ਆ ਉਹ ਇਨਵਾਇਰਮੈਂਟ ਦਾ ਐਕਸਪੋਜ਼ਰ ਮਿਲਦਾ ਆ, ਥਰੂ ਪੇਰੈਂਟਿੰਗ ਮਿਲਦਾ ਆ। ਸੋ
Yeah. ਪਹਿਲਾਂ ਤਾਂ ਮੈਂ ਮਾਂ-ਬਾਪ ਨੂੰ ਹੀ ਕਹੂੰਗਾ ਕਿ ਸਲੋ ਡਾਊਨ ਅ ਲਿਟਲ ਬਿਟ, ਕਿ ਜਿਹੜੀਆਂ ਐਕਸਪੈਕਟੇਸ਼ਨਸ ਆ ਪਹਿਲਾਂ ਥੋੜਾ ਸਟੈਪ ਬੈਕ ਹੋ ਕੇ ਉਹਨਾਂ ਨੂੰ ਐਡਜਸਟ ਕਰ ਲਿਆ ਆਪਾਂ, ਕਿ ਜੇ ਆਪਾਂ 14-15 ਸਾਲ ਤੋਂ ਬੱਚੇ ਨੂੰ ਕੋਈ ਰਿਸਪੌਂਸਿਬਿਲਿਟੀ ਦਿੱਤੀ ਨਹੀਂ ਆ ਤੇ ਹੁਣ ਰਾਤੀ ਸਵੇਰੇ ਉੱਠ ਕੇ ਇੱਕਦਮ 16 ਸਾਲ ਦਾ ਬੱਚਾ ਰਿਸਪੌਂਸਿਬਲ ਤੇ ਨਹੀਂ ਹੋਊਗਾ। ਸੋ ਇਹਦੇ 'ਚ ਇੱਕ ਹੋਪ ਹੈਗੀ ਆ ਕਿ ਅਗਰ ਤੁਸੀਂ ਰਿਅਲਾਈਜ਼ ਕਰ ਲਿਆ ਹੈ ਕਿ ਉਹ ਰਿਸਪੌਂਸਿਬਿਲਿਟੀ ਨਹੀਂ ਲੈ ਪਾ ਰਿਹਾ ਤਾਂ ਹੁਣ ਸੋਲਿਊਸ਼ਨ ਕਿਵੇਂ ਲੱਭਣਾ ਹੈ। ਹੁਣ ਜੇ ਸੋਲਿਊਸ਼ਨ ਲੱਭਣਾ ਉਹਨੂੰ ਟਾਈਮ ਵੀ ਚਾਹੀਦਾ, ਟਾਈਮ ਤਾਂ ਹੈ ਨਹੀਂ, 9 ਤੋਂ 5 ਭੱਜੇ ਹੀ ਫਿਰਦੇ ਆ। ਤੇ ਕਿਉਂ ਨਾ ਆਪਾਂ ਥੋੜਾ ਜਿਹਾ ਸਲੋ ਡਾਊਨ ਐਟਲੀਸਟ ਇੰਨਾ ਹੋ ਜਾਈਏ ਕਿ ਆਪਾਂ ਇੱਕ ਦੂਜੇ ਨੂੰ ਸੁਣਨ ਲੱਗ ਪਈਏ। ਤੇ ਦਿਸ ਇਜ਼ ਹਾਊ ਲਾਈਕ ਜਿਹੜਾ ਇੱਕ ਬੇਸਿਕ ਚੀਜ਼ ਹੈ ਨਾ ਟੂਲ, ਐਕਟਿਵ ਲਿਸਨਿੰਗ ਹੋ ਗਿਆ, ਵੈਲੀਡੇਸ਼ਨ ਹੋ ਗਿਆ, ਇਹ ਚੀਜ਼ਾਂ ਨੂੰ ਰੀਇੰਟਰੋਡਿਊਸ ਕਰਨ ਦੀ ਲੋੜ ਹੈ ਇਸ ਟਾਈਮ ਦੇ ਉੱਤੇ। ਕਿ ਜੇ ਆਪਾਂ ਸੁਣਦੇ ਆ ਤੇ ਸੁਣਦੇ ਕਿਉਂ ਆ, ਨੀਅਤ ਤੇ ਇਰਾਦਾ ਕੀ ਆ ਜੇ ਆਪਾਂ ਆਪਣੇ ਬੱਚੇ ਨੂੰ ਸੁਣ ਰਹੇ ਆ ਤੇ ਆਪਾਂ ਰਿਐਕਟ ਕਰ ਰਹੇ ਆ ਕਿ ਰਿਸਪੌਂਡ ਕਰ ਰਹੇ ਹਾਂ, ਕਿਉਂਕਿ ਇਹ ਦੋ ਡਿਫਰੈਂਟ ਚੀਜ਼ਾਂ ਨੇ। ਸੋ yeah, it's an ongoing question, I feel. It still continues. Either solutions, either different perspectives change ho jane a. As always, you know, your parents were different, my parents are different, ਉਹਨਾਂ ਦੇ ਗਾਂ parents different ਸੀਗੇ। ਪਰ ਜਿਹੜਾ gap ਬਣਦਾ ਜਾ ਰਿਹਾ ਆ, I feel like as a collaborative culture and a society, we can find answers together rather than in isolation, you know. Right, that's so true. और क्योंकि ਅਸੀਂ ਲੇਬਲ ਕਰਨ ਜਾਂਦੇ ਆ, ਚਾਹੇ ਉਹ ਪੇਰੈਂਟਸ ਹੈ ਜਾਂ ਰਿਲੇਟਿਵਸ ਹੈ ਜਾਂ ਪੇਰੈਂਟਸ ਦੇ ਫਰੈਂਡਸ ਨੇ, ਓਕੇ ਤੁਹਾਡਾ ਬੱਚਾ ਜ਼ਿਆਦਾ ਸਾਇਲੈਂਟ, ਜ਼ਿਆਦਾ ਕੁਆਇਟ ਹੋ ਗਿਆ ਹੋਇਆ, ਉਹ ਜਿਹੜੀ ਲੇਬਲਿੰਗ ਕਰ ਦਿੱਤੀ ਜਾਂਦੀ ਉਹ ਹੋਰ ਜ਼ਿਆਦਾ ਆਈ ਥਿੰਕ ਉਹਨਾਂ ਨੂੰ ਸ਼ੈਲ 'ਚ ਲੈ ਜਾਂਦੀ ਹੈ। Absolutely. ਜੀ ਬਿਲਕੁਲ। ਨੋ, ਯੂ ਨੋ ਇਟ ਗੋਜ਼ ਬੈਕ ਟੂ ਲੋਕ ਕੀ ਕਹਿਣਗੇ। ਤੇ ਇਹ ਸੋਚ ਟੱਬਰ ਤਬਾਹ ਕਰ ਰਹੀ ਹੈ, ਪਰ ਆਪਾਂ ਛੱਡਣ ਲਈ ਤਿਆਰ ਨਹੀਂ ਅਜੇ ਵੀ, ਅਨਫੋਰਚੂਨੇਟਲੀ। ਬਟ ਦਿਸ ਆਲਵੇਜ਼ ਆਈ ਵਾਂਟ ਟੂ ਵੈਲੀਡੇਟ ਐਜ਼ ਵੈਲ, ਕਿਉਂਕਿ ਇਹ ਸੋਚ ਆਪਣੇ ਨਾਲ ਕਾਫੀ ਟਾਈਮ ਤੋਂ ਰਹੀ ਆ, ਇਹਨੂੰ ਲੈਟ ਗੋ ਕਰਨਾ ਵੀ ਥੋੜਾ ਟਾਈਮ ਲੱਗੂਗਾ। ਸੋ ਕਿਉਂ ਨਾ ਆਪਾਂ ਪੇਸ਼ੈਂਸ ਆਪਣੇ ਲਈ ਵੀ ਰੱਖੀਏ ਥੋੜੀ, ਕਿ ਇੰਨਾ ਵੀ ਹਾਰਡ ਨਾ ਹੋਈਏ ਇੱਕ ਦੂਜੇ ਦੇ ਉੱਤੇ, ਆਪਣੇ ਉੱਤੇ। ਬਟ ਜਿਹੜਾ ਸ਼ੈਲ ਵਿੱਚ ਜਾਣਾ ਆ, ਮੈਂ ਅਕਸਰ ਪੁੱਛਦਾ ਹਾਂ ਕਿ ਤੁਹਾਨੂੰ ਕਿਉਂ ਲੱਗਦਾ ਹੈ ਕਿ ਜੋ ਤੁਸੀਂ ਕਹਿ ਰਹੇ ਹੋ ਬੱਚੇ ਤੱਕ ਪਹੁੰਚ ਨਹੀਂ ਰਿਹਾ, ਜਾਂ ਫਿਰ ਜੋ ਪਹੁੰਚ ਰਿਹਾ ਆ, ਉਹ ਜੋ ਪਰਸੀਵ ਕਰ ਰਿਹਾ ਆ, ਉਹ ਬਿਲਕੁਲ ਹੀ ਡਿਫਰੈਂਟ ਆ। ਤੇ ਉਹ ਕਿਉਂ ਆ? ਕਿਉਂਕਿ ਕਨੈਕਸ਼ਨ ਨਹੀਂ ਹੈਗਾ। ਇੱਕ ਕਨੈਕਸ਼ਨ ਬਿਲਡਅਪ ਕਰਨ ਲਈ ਇਫ ਯੂ ਇਮੈਜਿਨ ਅ ਕਨੈਕਸ਼ਨ ਐਜ਼ ਅ ਸੀਡ, ਉਹਨੂੰ ਕੀ ਇਨਵਾਇਰਮੈਂਟ, ਉਹਨੂੰ ਕਿੱਦਾਂ ਦੀ ਸੋਇਲ ਚਾਹੀਦੀ ਆ। ਇਹ ਨਹੀਂ ਹੈ ਕਿ ਜੇ ਪੈਦਾ ਕਰਤਾ ਤੇ ਆਟੋਮੈਟਿਕਲੀ ਕਨੈਕਸ਼ਨ ਤੇ ਉਹ ਹੈ ਹੀ ਆ ਬਾਇਓਲੋਜੀਕਲੀ, ਯੂ ਕੈਨ ਨਾਟ ਰਿਵਰਸ ਦੈਟ। ਪਰ ਉਸ ਤੋਂ ਬਾਅਦ ਵਾਲੇ ਜਿਹੜੇ ਸਟੈਪਸ ਨੇ, ਜੋ ਕਿ ਆਲਵੇਜ਼ ਆਈ ਕਮ ਬੈਕ ਟੂ ਦੈਟ ਸਲੋਇੰਗ ਡਾਊਨ, ਕਿ ਪਹਿਲਾਂ ਪਤਾ ਤਾਂ ਲੱਗੇ ਸਾਡੀ ਰਫਤਾਰ ਕੀ ਆ। ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਾਡੀ ਰਫਤਾਰ ਕੀ ਆ। ਆਪਾਂ ਇੰਨੇ ਅਨਕੌਂਸ਼ੀਅਸ ਹੋ ਗਏ ਆ ਡੇ ਟੂ ਡੇ ਦੇ ਵਿੱਚ, ਕਿ ਜਿਹੜਾ ਟਾਈਮ ਪੀਰੀਅਡ ਆ ਚਾਈਲਡਹੁੱਡ ਦਾ, ਜਿੱਥੇ ਫਾਊਂਡੇਸ਼ਨ ਬਣਦੀ ਹੈ ਕਨੈਕਸ਼ਨ ਦੀ ਬੱਚੇ ਦੇ ਨਾਲ, ਵੀ ਆਰ ਮਿਸਿੰਗ ਆਊਟ ਔਨ ਦੈਟ, ਐਂਡ ਐਟ ਵਾਟ ਕਾਸਟ। ਜੇ ਜੌਬਸ ਨੇ ਉਹ ਸਾਰੀਆਂ, ਆਈ ਅੰਡਰਸਟੈਂਡ ਦੈਟ ਐਸਪੈਕਟ, ਕਿ ਫਾਈਨੈਂਸ਼ਲੀ ਤੁਹਾਨੂੰ ਦੇਖਣਾ ਪੈਣਾ ਉਹ ਸਾਰੀਆਂ ਚੀਜ਼ਾਂ। ਪਰ ਫਿਰ ਮੈਂ ਵੀ ਪੁੱਛਦਾ ਕਿ ਤੁਸੀਂ ਇਹ ਪੁੱਛੋ ਆਪਣੇ ਆਪ ਨੂੰ ਕਿ ਬੱਚੇ ਪੈਦਾ ਕਿਉਂ ਕੀਤੇ ਸੀਗੇ। ਪਹਿਲਾ ਬੇਸਿਕ ਕੁਐਸਚਨ, ਵਾਪਸ ਚਲੇ ਜਾਓ ਉੱਥੇ, ਕਿ why did you even wanted them to be on this earth plane? Some people cannot even give answer to that. That's true. And that is where your self-awareness start. ਮੈਂ ਸਵਾਲ ਬਹੁਤ ਪੁੱਛਦਾ, ਈਵਨ ਮੈਂ ਪਕਾ ਦੇਣਾ ਆਪਣੇ ਕਲਾਇੰਟਸ ਨੂੰ ਵੀ ਸਵਾਲ ਪੁੱਛ ਕੇ, ਕਿਉਂਕਿ ਕਈ ਵਾਰ ਇੱਕ ਸਵਾਲ ਪੁੱਛਣ ਦਾ ਵੀ ਢੰਗ ਹੁੰਦਾ ਨਾ, ਕਈ ਸਵਾਲ ਪੁੱਛੇ ਨਹੀਂ ਗਏ ਹੁੰਦੇ ਸਾਨੂੰ, ਤੇ ਜੇ ਪੁੱਛੇ ਜਾਂਦੇ ਆ ਤਾਂ ਉਹ ਅਕਸਰ ਇਟਸ ਮੋਰ ਆਫ ਸਟੇਟਮੈਂਟ, ਇਟਸ ਮੋਰ ਆਫ ਅ ਸਟਰੋਂਗ ਓਪੀਨੀਅਨ। ਉਹ ਕੁਐਸਚਨ ਲੱਗਦੇ ਹੀ ਨਹੀਂ, ਉਹ ਐਲੀਗੇਸ਼ਨਸ ਲੱਗਦੀਆਂ ਨੇ, ਅਨਕੰਫਰਟੇਬਲ ਫੀਲ ਕਰਨ ਲੱਗ ਜਾਂਦੇ ਨੇ ਫਿਰ। ਐਬਸੋਲੂਟਲੀ। ਤੇ ਉਹ ਜਿਹੜੀ ਫੀਲਿੰਗ ਆ ਅਨਕੰਫਰਟੇਬਲ ਦੀ, ਆਪਾਂ ਉਹ ਤੋਂ ਬੜਾ ਭੱਜਦੇ ਆ। ਮੈਂ ਅਨਕੰਫਰਟੇਬਲ ਫੀਲ ਕਰਨਾ ਚਾਹੁੰਦਾ ਨਹੀਂ, ਐਂਡ ਆਲਸੋ ਮਾਈਂਡ ਇਜ਼ ਆਲਸੋ ਬਿਲਟ ਅਪ ਲਾਈਕ ਦੈਟ। ਇਟ ਡਜ਼ਨਟ ਲਾਈਕ ਅਨਸਰਟਨਟੀ। ਉਹ ਚੀਜ਼ਾਂ ਨੂੰ ਫੜਨਾ ਚਾਹੁੰਦਾ ਹੈ, ਮਹਿਸੂਸ ਕਰਨਾ ਚਾਹੁੰਦਾ ਹੈ, ਪਰ ਜਿਹੜੀ ਚੀਜ਼ ਦਿਖਦੀ ਨਹੀਂ ਹੈ, ਹਨੇਰੇ 'ਚ ਨਹੀਂ ਹੈ, ਹਨੇਰੇ 'ਚ ਆ, ਉਹ ਤੋਂ ਤੇ ਫਿਰ ਭੱਜਣਾ ਹੀ ਆ ਉਹਨੇ। The mind is kind of programmed like that. But at the same way, as humans, as a species which has really evolved, I feel like ਆਪਣੇ ਕੋਲ ਸਰਕਿਟਸ ਹੈਗੇ ਜਿਹੜੇ ਆਪਾਂ ਥੋੜੇ ਜਿਹੇ ਯੂਜ਼ ਕਰ ਸਕਦੇ ਹਾਂ, ਇੱਕ ਦੂਜੇ ਨੂੰ ਇਨਸਪਾਇਰ ਕਰ ਸਕਦੇ ਹਾਂ ਯੂਜ਼ ਕਰਨ ਲਈ। ਅੱਛਾ, ਕਿਉਂਕਿ ਇਹ ਗੱਲ ਕੀਤੀ ਕਿ ਪੇਰੈਂਟਸ ਨੂੰ ਪੁਆਇੰਟ ਆਊਟ ਕੀਤਾ ਜਾਂਦਾ ਜੀ, ਹੈ ਨਾ। ਕਈ ਵਾਰੀ ਅਕਸਰ ਪੇਰੈਂਟਸ ਵੀ ਫੀਲ ਕਰਦੇ ਹੋਣਗੇ ਆਈ ਐਮ ਆਲ ਬਾਈ ਯੰਗਸਟਰਸ, ਮੈਂ ਉਹਨਾਂ ਦੀ ਸਾਈਡ ਤੇ ਆ, ਹੈ ਨਾ। ਤੇ ਪਰ ਜੇ ਬੱਚੇ ਬਹੁਤ ਹੀ ਵੀਅਰਡ ਬਿਹੇਵ ਕਰਦੇ ਆ, ਜਾਂ ਸੁਣਦੇ ਹੀ ਨਹੀਂ ਗੱਲ, ਜਾਂ ਕਹਿਣਾ ਨਹੀਂ ਮੰਨਦੇ, ਇੱਕ ਨੋ ਡਾਊਟ ਪੇਰੈਂਟਸ ਵਿਲ ਅੰਡਰਸਟੈਂਡ ਕਿ ਬਾਇਓਲੋਜੀਕਲ ਚੇਂਜਸ ਜਿਹੜੀਆਂ ਇਹਨਾਂ 'ਚ ਆ ਰਹੀਆਂ ਆ, ਇਹਨਾਂ ਨੇ ਮੂਡੀ ਹੋਣਾ ਹੀ ਆ, ਇਹਨਾਂ ਨੇ ਐਟੀਟਿਊਡ ਦੇਣਾ ਹੀ ਆ, ਇਹਨਾਂ ਨੇ ਜ਼ਿਆਦਾ ਆਪਣੇ ਫਰੈਂਡਸ ਨਾਲ ਟਾਈਮ ਸਪੈਂਡ ਕਰਨਾ ਪਸੰਦ ਕਰਨਾ, ਇਹਨਾਂ ਨੇ ਗੇਮ ਕਰਨੀ ਹੈ। ਔਨ ਦੀ ਅਦਰ ਐਂਡ ਪੇਰੈਂਟਸ ਵੀ ਤਾਂ ਹੈਲਪਲੈਸ ਫੀਲ ਕਰਦੇ ਆ ਕਿ ਵੀ ਹੁਣ ਮੈਨੂੰ ਹੀ ਸਾਰੇ ਜਣੇ ਚੇਂਜ ਕਰਨ ਨੂੰ ਕਹੀ ਜਾਂਦੇ ਕਿ ਮੈਂ ਆਪਣੇ ਆਪ 'ਚ ਚੇਂਜ ਹੋ ਜਾਵਾਂ। ਇਹ ਬੱਚੇ ਗਰੋ ਹੋ ਰਹੇ ਆ, ਇਹ ਡਿਵੈਲਪਮੈਂਟਲ ਸਟੇਜ 'ਚ, ਇਹਨਾਂ ਨੂੰ ਚੇਂਜ ਹੋਣਾ ਚਾਹੀਦਾ। ਦੈਟਸ ਦ ਕਲੈਸ਼। No, I will bring the tool of validation. ਹਾਂਜੀ।
ਕਿ ਮੈਂ ਸਮਝ ਸਕਦਾ ਹਾਂ ਕਿ ਜਿਹੜੇ ਪੇਰੈਂਟਸ ਦੇ ਕੰਸਰਨਸ ਆਰ ਜੈਨੂਇਨ ਐਂਡ ਦਿਸ ਇਜ਼ ਅ ਟੀਮ ਵਰਕ ਬਾਉਂਡਰੀਜ਼ ਦੀ ਜਿੱਥੇ ਗੱਲ ਆ ਜਾਂਦੀ ਆ ਉੱਥੇ ਆ ਕਿ ਜੇ ਡਿਵੈਲਪਮੈਂਟਲੀ ਉਹ ਰਿਐਕਟ ਕਰ ਰਹੇ ਆ ਬੱਚੇ ਜੋ ਉਹਨਾਂ ਦਾ ਇੰਪੈਕਟ ਹੋ ਰਿਹਾ ਪੇਰੈਂਟਸ ਉੱਤੇ ਉਹ ਆਪਾਂ ਡਿਸਮਿਸ ਨਹੀਂ ਨਾ ਕਰ ਸਕਦੇ ਜੇ ਉਹ ਟੈਨਸ਼ਨ ਚ ਆ ਰਹੇ ਆ ਉਹ ਦੇਖ ਰਹੇ ਆ ਕਿ ਬਾਹਰ ਕੀ ਹੋ ਰਿਹਾ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਸਭ ਕੁਛ ਇਟਸ ਆਲ ਵਿਜ਼ੀਬਲ ਰਾਈਟ ਦੇਅਰ ਤੇ ਉਹ ਹੋਰ ਫੀਅਰਸ ਨੂੰ ਵੀ ਫੀਡ ਕਰਦੇ ਰਹਿੰਦੇ ਇਹ ਸਾਰੀਆਂ ਚੀਜ਼ਾਂ ਸੋ I am with parents but it's about giving tools both sides ਕਿ ਜੇ ਆਪਣਾ ਇੱਕ ਕਾਮਨ ਗੋਲ ਹੀ ਆਪਾਂ ਕਰ ਲਈਏ ਕਿ ਜੇ ਯੂਥ ਤੇ ਮੈਂ ਸੋਚਦਾ ਨਾ ਜੇ ਯੂਥ ਤੇ ਪੇਰੈਂਟ ਇੱਕ ਉਹ ਕਾਮਨ ਇੱਕ ਗੋਲ ਆ ਜਾਵੇ ਨਾ ਭਾਵੇਂ ਤਰੀਕੇ ਦੋਨਾਂ ਦੇ ਡਿਫਰੈਂਟ ਹੋਣ ਕਰਨ ਦੇ ਪਰ ਇੱਕ ਗੋਲ ਕਾਮਨ ਹੋ ਜਾਵੇ ਨਾ ਤੇ ਇਟ ਇਜ਼ ਵੈਰੀ ਈਜ਼ੀ ਟੂ ਵਰਕ ਅਰਾਊਂਡ ਦੈਟ ਪਰ ਉਹਨੂੰ ਗੋਲ ਸਮਝਣ ਲਈ ਵੀ ਤੇ ਟਾਈਮ ਚਾਹੀਦਾ ਨਾ ਅਗੇਨ ਗੋਇੰਗ ਬੈਕ ਟੂ ਸਲੋਇੰਗ ਡਾਊਨ ਕਿ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਇੱਕ ਇਸ਼ੂ ਆਪਾਂ ਦੇਖ ਲਿਆ ਆਇਡੈਂਟੀਫਾਈ ਕਰ ਲਿਆ ਪਰ ਆਪਾਂ ਉਹਨਾਂ ਰਿਸਪੌਂਡ ਕਿਵੇਂ ਕਰ ਰਹੇ ਹਾਂ ਆਪਾਂ ਰਿਸਪੌਂਡ ਨਹੀਂ ਆਪਾਂ ਰਿਐਕਟ ਕਰ ਰਹੇ ਹਾਂ ਕਿ ਜੇ ਬੱਚੇ ਦੀ ਵੀਅਰਡਨੈਸ ਹੀ ਕਹਿ ਲਓ ਕਿ ਇਹਨੇ ਕੁਛ ਇਦਾਂ ਦਾ ਕਰਤਾ ਕਿ ਆਹ ਕੀ ਹੋ ਗਿਆ ਪਤਾ ਨਹੀਂ ਕੀ ਹੋ ਜਾਣਾ ਹੁਣ ਵੇਖ ਕੇ ਆਪਾਂ ਉਹ ਦਿਖਾ ਦਿੰਦੇ ਆ ਅਲਟੀਮੇਟਲੀ ਐਂਡ ਉਹ ਫਿਰ ਕੀ ਹੁੰਦਾ ਹੈ ਕਿ ਇਟ ਇਜ਼ ਓਕੇ ਜੈਨੂਇਨ ਟੂ ਐਕਸਪ੍ਰੈਸ ਯੋਰਸੈਲਫ ਯੂ ਆਰ ਆਲਸੋ ਹਿਊਮਨ ਐਜ਼ ਅ ਪੇਰੈਂਟ ਕੋਈ ਪਰਫੈਕਟ ਪੇਰੈਂਟਿੰਗ ਦੀ ਕੋਈ ਬੁੱਕ ਨਹੀਂ ਹੈਗੀ ਬਥੇਰੀਆਂ ਬੁੱਕਸ ਨੇ ਬਟ ਦੇਰ ਇਜ਼ ਨੋ ਸ਼ਬਦ ਕੋਈ ਹੈ ਨਹੀਂ ਪਰਫੈਕਟ ਪੇਰੈਂਟਿੰਗ ਦਾ ਤੁਸੀਂ ਵੀ ਸਿੱਖ ਰਹੇ ਹੁੰਦੇ ਹੋ ਉਹਨਾਂ ਦੇ ਨਾਲ ਬਿਲਕੁਲ ਪਰ ਉਹ ਜਿਹੜਾ ਲਰਨਿੰਗ ਵਾਲਾ ਹੈ ਨਾ ਕਿ ਲੈਟਸ ਲਰਨ ਟੁਗੇਦਰ you and me might be different but we can find our jam ਕਹਿੰਦੇ ਨਾ jam ਲੱਭੋ ਆਪਣਾ not the eating jam but the groove of the relationship is so important ਪਰ ਉਹਦੇ ਲਈ ਫਿਰ again it's not all about financial investment I feel like emotional investment is also important because ਉਹਨੇ ਹੀ ਵਾਪਸ ਆਉਣਾ ਹੈ true ਫਾਈਨੈਂਸ਼ੀਅਲੀ ਕੀ ਅੱਜ ਬੱਚਾ ਹੋ ਵੀ ਜਾਓ ਸਕਸੈਸਫੁਲ ਤੇ ਫਿਰ ਠੀਕ ਹੈ ਕਰ ਦੂਗਾ ਸਪੋਰਟ ਤੁਹਾਨੂੰ ਫਾਈਨੈਂਸ਼ੀਅਲੀ ਪਰ ਅਲਟੀਮੇਟਲੀ ਡੀਪ ਡਾਊਨ ਜਿਹੜੀ ਵੋਇਡ ਖਾਲੀਪਣ ਹੈ ਉਹਨੇ ਇਮੋਸ਼ਨਲ ਇਨਵੈਸਟਮੈਂਟ ਨਹੀਂ ਪੂਰਾ ਕਰਨਾ ਕਿ ਬੱਚੇ ਦੇ ਨਾਲ ਜੇ ਆਪਣਾ ਕਨੈਕਸ਼ਨ ਹੈ ਬੱਚੇ ਦਾ ਪੇਰੈਂਟਸ ਨਾਲ ਕਨੈਕਸ਼ਨ ਆ ਵਿਚ ਇਜ਼ ਵੈਰੀ ਇੰਪੋਰਟੈਂਟ ਆਈ ਫੀਲ ਐਟ ਅਰਲੀ ਚਾਈਲਡਹੁੱਡ ਜਿਹੜਾ ਬੱਚੇ ਦਾ ਪਹਿਲਾ ਐਕਸਪੀਰੀਅੰਸ ਆ ਸੇਫਟੀ ਦਾ ਕਿ ਮੈਂ ਕਿਸੇ ਕੋਲ ਜਾ ਸਕਦਾ ਹਾਂ ਮੈਂ ਆਪਣੇ ਮਾਂ-ਬਾਪ ਕੋਲ ਜਾ ਸਕਦਾ ਹਾਂ ਜੇ ਮੈਂ ਸੇਫ ਨਹੀਂ ਮਹਿਸੂਸ ਕਰਦਾ ਤੇ ਸੋਚੋ ਜੇ ਉਹੀ ਨਹੀਂ ਹੈਗਾ ਤੇ ਫਿਰ ਜਾਵੇ ਕਿੱਥੇ ਸੱਚੀ ਫਿਰ ਲੁਕਾਉਣਗੇ ਫਿਰ ਝੂਠ ਬੋਲਣਗੇ ਜੀ ਬਿਕਾਜ਼ ਇਟਸ ਦ ਟਰਸਟ ਠੀਕ ਹੈ ਕਿ ਜੇ ਮੈਂ ਸੱਚ ਬੋਲਿਆ ਤੇ ਉਹਨਾਂ ਨੇ ਕੀ ਰਿਐਕਟ ਕਰਨਾ ਕਿਹੜੀ ਚੀਜ਼ ਲੱਗਦਾ ਤੁਹਾਨੂੰ ਸਭ ਤੋਂ ਜ਼ਿਆਦਾ ਔਖੀ ਹੈ ਡੀਲ ਕਰਨੀ ਅੱਜ ਕੱਲ੍ਹ ਦੇ ਜ਼ਮਾਨੇ 'ਚ ਪੇਰੈਂਟਿੰਗ ਕਰਦੇ ਹੋਇਆ ਅੱਜ ਦਾ ਯੁੱਗ ਜਿਹੜਾ ਹੈ ਟੋਟਲੀ ਡਿਫਰੈਂਟ ਹੈ ਫਰੋਮ ਹਾਊ ਆਰ ਪੇਰੈਂਟਸ ਰੇਜ਼ਡ ਅਸ ਹੈ ਨਾ ਉਹ ਅਪਬ੍ਰਿੰਗਿੰਗ ਡਿਫਰੈਂਟ ਸੀਗੀ ਅੱਜ ਚੈਲੰਜਸ ਟੋਟਲੀ ਡਿਫਰੈਂਟ ਹੋ ਗਏ ਆ ਕਿੱਦਾਂ ਦੇ ਚੈਲੰਜਸ ਆ ਆਈ ਥਿੰਕ ਸੋ ਇੱਕ ਵੱਡਾ ਜਿਹੜਾ ਸਵਾਲ ਜਿਹੜਾ ਦੋ ਵਰਡਸ ਹੁੰਦੇ ਨਾ ਸੋਸ਼ਲ ਮੀਡੀਆ ਕਿਉਂਕਿ ਇਨਫੋਰਮੇਸ਼ਨ ਇੰਨੀ ਜ਼ਿਆਦਾ ਆ ਕਿ ਹਰ ਇੱਕ ਨੂੰ ਓਵਰਵੈਲਮ ਕਰ ਦਿੰਦੀ ਇਨਫੋਰਮੇਸ਼ਨ ਤੇ ਜਿਹੜਾ ਸਾਡਾ ਨਰਵਸ ਸਿਸਟਮ ਆ ਵਿਚ ਇਜ਼ ਅ ਵੈਰੀ ਵਾਈਟਲ ਪਾਰਟ ਆਫ ਅਸ ਉਹ ਜਿਹੇ ਕਹਿੰਦੇ ਨਾ ਫਲਾਈਟ ਫਾਈਟ ਫਰੀਜ਼ ਰਿਸਪੌਂਸਿਸ ਜਿਹੜੇ ਇੱਕ ਪ੍ਰਿਮਿਟਿਵ ਰਿਸਪੌਂਸਿਸ ਆਪਣੇ ਵਿੱਚ ਹੈਗੇ ਆ ਸੋਸ਼ਲ ਮੀਡੀਆ ਕਨੈਕਟ ਵੀ ਕਰਦਾ ਤੇ ਡਿਸਕਨੈਕਟ ਵੀ ਕਰਦਾ ਇੱਕ ਫੀਲਿੰਗ ਬਿਲੋਂਗਿੰਗ ਵੀ ਲਿਆਉਂਦਾ ਆ ਤੇ ਫੀਲਿੰਗ ਆਫ ਆਈਸੋਲੇਸ਼ਨ ਵੀ ਲਿਆਉਂਦਾ ਪਰ ਉਹਨੂੰ ਨੈਵੀਗੇਟ ਕਰਨਾ ਇਜ਼ ਕੁਆਇਟ ਡਿਫਿਕਲਟ ਐਂਡ ਜੇ ਉਹਦਾ ਐਕਸਪੋਜ਼ਰ ਇੱਕ ਯੰਗ ਏਜ ਹੋ ਜਾਵੇ ਜਿੱਥੇ ਕੋਈ ਗਾਈਡੈਂਸ ਜਾਂ ਨੈਵੀਗੇਸ਼ਨ ਕਰਨ ਵਾਲਾ ਕੋਈ ਹੈ ਨਹੀਂਗਾ ਤੇ ਇਟ ਕੈਨ ਗੋ ਹੇਵਾਇਰ ਕਹਿੰਦੇ ਨਾ ਕਿ ਨੈਗੇਟਿਵ ਡਾਇਰੈਕਸ਼ਨ 'ਚ ਜਾ ਸਕਦਾ ਹੈ ਸੋ ਇੱਕ ਚੈਲੰਜ ਉਹ ਆ ਕਿ ਕਹਿੰਦੇ ਨਾ ਟੈਕਨੋਲੋਜੀ ਵਾਲੇ ਬੱਚੇ ਆ ਇਹ ਤੇ ਤੇਜ਼ ਹੀ ਬੜੇ ਚੱਲਦੇ ਆ which is like even in awareness ਮੈਂ ਫੀਲ ਕਰਦਾ ਕਿ ਬੱਚਿਆਂ 'ਚ ਅਵੇਅਰਨੈਸ ਬਹੁਤ ਜ਼ਿਆਦਾ ਆ ਮੇਬੀ ਤਾਂ ਕਰਕੇ ਉਹ ਜ਼ਿਆਦਾ ਓਵਰਵੈਲਮ ਹੋ ਜਾਂਦੇ ਆ ਉਹ ਮਹਿਸੂਸ ਚੀਜ਼ਾਂ ਬਹੁਤ ਕਰ ਰਹੇ ਦੇਖ ਰਹੇ ਆ ਬਹੁਤ ਚੀਜ਼ਾਂ ਉਹ ਆਪ ਨੂੰ ਸਮਝ ਨਹੀਂ ਆਉਂਦੀ ਕਿ ਮੈਂ ਇੰਨਾ ਜ਼ਿਆਦਾ ਓਵਰਲੋਡ ਹੋ ਗਿਆ ਨਾ ਇਨਫੋਰਮੇਸ਼ਨ ਨਾਲ ਤੇ ਉਹ ਚੀਜ਼ ਪੇਰੈਂਟਸ ਨੂੰ ਲੱਗਦਾ ਹੈ ਭਟਕ ਰਿਹਾ ਆ ਇਹ ਜਾ ਰਿਹਾ obviously that is a valid concern absolutely we should be monitoring and keeping an eye on that ਪਰ on flip side ਇਹ ਵੀ ਆ ਕਿ ਇਹਨਾਂ ਦਾ ਦਿਮਾਗ ਡਿਫਰੈਂਟ ਆਪਣੇ ਨਾਲੋਂ ਤੇ ਜੇ ਜਨਰੇਸ਼ਨ ਗੈਪ ਦੀ ਜੇ ਆਪਾਂ ਗੱਲ ਕਰੀਏ ਤੇ ਉਹ ਤੇ ਹੈ ਹੀ ਆ ਬਿਲਕੁਲ ਕਿਉਂ ਨਹੀਂ ਆ ਈਵਨ ਮੈਂ ਵੀ ਆਪਣੇ ਪੇਰੈਂਟਸ ਨਾਲ ਡਿਸਕਨੈਕਟ ਫੀਲ ਕਰਦਾ ਈਵਨ ਮੇਰੇ ਪੇਰੈਂਟਸ ਆਪਣੇ ਨਾਲ ਕਿਸੇ ਟੌਪਿਕ ਤੇ ਕਰਦੇ ਹੋਣਗੇ ਜਿਹੜੀ ਜਿੱਥੇ ਗੱਲ ਡਿਫਰੈਂਸਿਸ ਦੀ ਆ ਜਾਂਦੀ ਹੈ ਨਾ ਉੱਥੇ ਆਪਾਂ ਥੋੜੇ ਜਿਹੇ ਫੇਲ ਹੋ ਜਾਂਦੇ ਆ ਜਿੱਥੇ ਤੇ ਸੇਮ ਚੀਜ਼ਾਂ ਨੇ ਉੱਥੇ ਤੇ ਬੜੇ ਖੁਸ਼ ਆ ਕੋਈ ਇੱਕ ਕਹਿੰਦੇ ਨਾ ਪੁਰਾਣੀ ਫੈਮਿਲੀ ਦੇ ਵਿੱਚ ਵੱਖਰਾ ਹੋ ਜਾਵੇ ਨਾ ਤੇ ਦੈਟ ਬਿਕਮ ਸੱਚ ਹਊਆ ਕਿ ਹੁਣ ਪਤਾ ਨਹੀਂ ਲਾਈਕ ਇਹ ਡਿਫਰੈਂਟ ਹੈ ਆਪਾਂ ਡੀਲ ਇਹਨੂੰ ਕਿਵੇਂ ਕਰਨਾ ਹੈ ਪਰ ਉਹ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਜੇ ਆਪਾਂ ਸਵਾਲ ਕਰਨੇ ਆਪਾਂ ਸਵਾਲ ਕਰੀਏ ਐਲੀਗੇਸ਼ਨ ਨਾ ਲਾਈਏ ਸਮਝਣ ਦੀ ਕੋਸ਼ਿਸ਼ ਕਰੀਏ ਨਾ ਕੇਵਲ ਪੂਰੀ ਜਜਮੈਂਟ ਦੇ ਉੱਤੇ ਆਪਾਂ ਰਿਐਕਟ ਕਰਕੇ ਉਹਦੇ ਨਾਲ ਨਜਿੱਠਣ ਦੀ ਕੋਸ਼ਿਸ਼ ਕਰੀਏ ਸੋ ਅਗੇਨ ਸੋਸ਼ਲ ਮੀਡੀਆ ਇੱਕ ਚੈਲੰਜ ਆ
ਜੋ ਕਿ ਡਿਸਕਨੈਕਟ ਕਰ ਰਿਹਾ ਹੈ, ਕਿਉਂਕਿ ਬੱਚੇ ਪਹਿਲਾਂ ਹੀ ਐਕਸਪੋਜ਼ ਨੇ ਤੇ ਉਹ ਜ਼ਿਆਦਾ ਕਨੈਕਟਡ ਫੀਲ ਕਰਦੇ ਆ ਨਾ। ਕਿਉਂਕਿ ਦੇਖੋ ਜੀ, ਸੋਸ਼ਲ ਮੀਡੀਆ ਤੇ ਤੁਹਾਨੂੰ ਚੋਇਸ ਵੀ ਮਿਲਦੀ ਆ, ਤੁਸੀਂ ਆਪਣਾ ਡਿਸਾਈਡ ਕਰ ਸਕਦੇ ਹੋ ਕਿਹੜੀ ਵੈਬਸਾਈਟ ਖੋਲਣੀ ਹੈ, ਕਿਹੜੀ ਨਹੀਂ ਖੋਲਣੀ। ਪੇਰੈਂਟਸ ਕਈ ਵਾਰ ਨਹੀਂ ਦਿੰਦੇ ਉਹ ਚੋਇਸ ਜੀ। ਸੋਸ਼ਲ ਮੀਡੀਆ ਨੇ ਜੱਜ ਨਹੀਂ ਕਰਨਾ ਆਬਵੀਅਸਲੀ। ਜੇ ਤੁਸੀਂ ਪੋਸਟ ਕੀਤੀ ਹੈ ਤੇ ਤਿਆਰ ਰਹੋ ਫਿਰ ਕਿ ਜੇ ਨੈਗੇਟਿਵ ਆ ਗਏ ਫੀਡਬੈਕ ਤੇ ਤੁਹਾਨੂੰ, ਪਰ ਉਹਦੇ 'ਚ ਵੀ ਥੋੜਾ ਜਿਹਾ ਕੰਟਰੋਲ ਆ ਜਾਂਦਾ ਹੈ ਨਾ, ਕਿ ਮੈਨੂੰ ਪਤਾ ਹੈ ਕਿ ਮੈਨੂੰ ਸ਼ਟ ਆਫ ਕਰ ਦੇਣਾ ਜਦੋਂ ਮੇਰੇ ਲਈ ਓਵਰਵੈਲਮ ਹੋਇਆ। ਪਰ ਹੁਣ ਪੇਰੈਂਟਸ ਨੂੰ ਤੇ ਔਖਾ ਨਾ ਸ਼ਟ ਆਫ ਕਰਨਾ, ਉਹ ਤੇ ਐਪ ਬੰਦ ਕਰਤੀ ਤੇ ਚਲੋ ਜੀ। ਸੋ ਜਿਹੜੀ ਇਹ ਚੋਇਸ ਆ, ਕਮਿਊਨੀਕੇਸ਼ਨ ਆ, ਵੈਰਾਈਟੀ ਬੜੀ ਆ ਸੋਸ਼ਲ ਮੀਡੀਆ ਦੇ ਉੱਤੇ, ਕਿ ਇਨਫਲੂਐਂਸ ਹੀ ਇੰਨੀ ਜ਼ਿਆਦਾ ਵੱਧ ਗਈ ਆ। ਤੇ ਬੱਚਿਆਂ ਤੇ ਉੱਦਾਂ ਵੀ ਰਿਵਾਰਡ ਸਿਸਟਮ ਐਕਟੀਵੇਟਡ ਹੁੰਦਾ ਹੈ, ਜਿੱਥੋਂ ਪੋਜ਼ਿਟਿਵ ਰਿਵਾਰਡ ਮਿਲਣਾ ਆ। ਇਟਸ ਅ ਹਿਊਮਨ ਟੈਂਡੈਂਸੀ। ਮੈਂ ਕਿਉਂ ਨਹੀਂ ਉੱਧਰ ਜਾਊਂਗਾ ਜਿੱਥੋਂ ਮੈਨੂੰ ਪੋਜ਼ਿਟਿਵਿਟੀ ਮਿਲ ਰਹੀ ਆ? ਮੈਂ ਕਿਉਂ ਆਪਣੇ ਪੇਰੈਂਟ ਨਾਲ ਗੱਲ ਕਰੂੰਗਾ ਜਿਹਨੇ ਮੈਨੂੰ ਆਲਰੇਡੀ ਨੈਗੇਟਿਵਲੀ ਕ੍ਰਿਟਿਸਾਈਜ਼ ਕਰਨਾ? ਸੋ ਆਪਾਂ ਵਾਰਤਾਲਾਪ ਵੀ ਜੇ ਕਰਦੇ ਉਹਨਾਂ ਦੇ ਨਾਲ, ਕਿੱਦਾਂ ਕਰ ਉਹ ਜਨਰਲੀ ਇਟ ਇਜ਼ ਅਗੇਨ ਲਾਈਕ ਬੈਲੈਂਸ ਆ ਐਪਰੀਸੀਏਸ਼ਨ ਦਾ ਵੀ। ਤੁਸੀਂ ਬਾਲਾ ਹੀ ਉਹਨਾਂ ਨੂੰ ਪ੍ਰਿਵਿਲੇਜ ਨਹੀਂ ਕਰ ਦੇਣਾ ਤਾਰੀਫਾਂ ਹੀ ਕਰ ਕਰਕੇ, ਕਿ ਮੇਰੇ ਬਚਪਨ 'ਚ ਮੇਰੀ ਤਾਰੀਫ ਨਹੀਂ, ਬੱਚਿਆਂ ਦੀ ਤੇ ਮੈਂ ਪੂਰੀ ਤਾਰੀਫ ਕਰਨੀ ਹੈ। ਦੈਟਸ ਅਗੇਨ ਵੀ ਆਰ ਗੋਇੰਗ ਇਨਟੂ ਐਕਸਟ੍ਰੀਮਸ। ਬੈਲੈਂਸ ਹੋਣਾ ਚਾਹੀਦਾ ਹੈ, ਕਿਉਂਕਿ ਜੇ ਬੱਚੇ ਦੀ ਜ਼ਿਆਦਾ ਤਾਰੀਫ ਕਰਤੀ ਐਂਡ he or she is getting all the rewards ਕਿ ਹਾਂ ਠੀਕ ਹੈ, ਇੱਦਾਂ ਕਰੂੰਗੀ ਤੇ ਇੱਦਾਂ ਮੈਨੂੰ ਤਾਰੀਫ ਮਿਲੂਗੀ, ਇਟਸ ਗੋਨਾ ਕੰਟੀਨਿਊ। ਕਿਸੇ ਨੇ ਨੈਗੇਟਿਵ ਈਵਨ ਇੱਕ ਥੋੜਾ ਕਮੈਂਟ ਵੀ ਕਰਤਾ, ਉਹ ਬਿਲਕੁਲ ਹੀ ਸੈਂਸਿਟਿਵਿਟੀ ਵੱਲ ਨੂੰ ਲੈ ਲੈਣਾ ਉਸ ਕਮੈਂਟ ਨੂੰ, ਕਿਉਂਕਿ ਬੱਚੇ ਨੂੰ ਐਕਸਪੋਜ਼ਰ ਸਾਰੀਆਂ ਚੀਜ਼ ਦਾ ਮਿਲਣਾ ਚਾਹੀਦਾ ਕਿ ਜੇ ਮੈਂ ਤਾਰੀਫ ਕਰ ਰਹੀ ਹਾਂ ਤੇ the person should also be used to some criticism. ਠੀਕ ਹੈ। criticism/constructive feedback, yes, which is two different things. right. ਕਿ ਮੈਂ ਤੁਹਾਨੂੰ ਫੀਡਬੈਕ ਦੇ ਰਿਹਾ, ਕੁਝ ਮੈਨੂੰ ਨਹੀਂ ਚੰਗਾ ਲੱਗ ਰਿਹਾ, ਵਰਸਸ ਮੈਂ ਆਲਰੇਡੀ ਓਪੀਨੀਅਨ ਬਣਾ ਲਈ ਹੈ ਤੇ ਤੁਹਾਨੂੰ ਮੈਂ ਜਜਮੈਂਟ ਦੱਸ ਰਿਹਾ ਆਪਣੀ ਸਟੇਟਮੈਂਟ, ਮੈਨੂੰ ਤੇ ਨਹੀਂ ਚੰਗਾ ਲੱਗਾ, ਤੂੰ ਕਰ ਲੈ ਜੋ ਕਰਨਾ। ਠੀਕ ਹੈ। which is again two different tones of communication there. So true. I was having a conversation with a parent ਜਿਨ੍ਹਾਂ ਦੇ ਬੱਚੇ ਟੀਨ ਹੋ ਗਏ ਆ। ਉਹ ਕਹਿਣ ਲੱਗੇ ਕਿ ਵੀ ਸਾਡੀ ਜਨਰੇਸ਼ਨ ਦਾ ਵਿੱਚ ਹੀ ਲਟਕ ਗਈ ਹੈ। ਸੋ ਪੇਰੈਂਟਸ were talking about themselves saying ਸਾਡੀ ਜਨਰੇਸ਼ਨ ਲਟਕ ਗਈ ਹੈ। ਪਹਿਲਾਂ ਅਸੀਂ ਆਪਣੇ ਮਾਪਿਆਂ ਤੋਂ ਸੁਣਦੇ ਰਹੇ, ਹੁਣ ਅਸੀਂ ਆਪਣੇ ਬੱਚਿਆਂ ਤੋਂ ਸੁਣਦੇ ਹਾਂ। ਅਸੀਂ ਉਹਨਾਂ ਨੂੰ ਨਹੀਂ ਕੁਝ ਕਹਿ ਪਾਉਂਦੇ, ਹੁਣ ਅਸੀਂ ਇਹਨਾਂ ਨੂੰ ਨਹੀਂ ਕੁਝ ਕਹਿ ਪਾਉਂਦੇ। ਜੀ absolutely, and I feel like this is so true. ਕਿਉਂਕਿ ਮੈਂ ਵੀ ਸੁਣਿਆ ਪੇਰੈਂਟਸ ਤੋਂ ਮੈਨੂੰ ਕਹਿੰਦੇ ਕਿ ਵਿੱਚ ਲਮਕ ਗਿਆ ਸੀ, ਤੇ ਜਿਹੜੇ ਵਿੱਚ ਐਕਚੁਅਲੀ ਲਮਕਦੇ ਆ ਨਾ, ਫਲਿਪ ਸਾਈਡ ਇਹ ਆ ਕਿ ਤੁਸੀਂ ਬ੍ਰਿਜ ਬਣ ਸਕਦੇ ਹੋ। ਜਿਹੜੇ ਵਿੱਚ ਲਮਕ ਗਏ ਹੋ, ਉਹ ਗੈਪ ਕਿਉਂ ਨਾ ਆਪਾਂ ਪੂਰਾ ਕਰ ਲਈਏ। And I often feel similar because I'm a bit of an old soul. So ਮੈਂ ਕਈ ਵਾਰ ਸਮਝਦਾ ਮੇਰੇ ਪੇਰੈਂਟਸ ਕਿਸ ਚੀਜ਼ ਤੋਂ ਗੁਜ਼ਰ ਰਹੇ ਹੁੰਦੇ ਆ, ਪਰ ਮੇਰੀਆਂ ਵੀ ਤਾਂ ਫੀਲਿੰਗਸ ਆ ਨਾ, ਉਹਨਾਂ ਦਾ ਮੈਂ ਕੀ ਕਰਾਂ। So it's again ਕਿ I totally validate their experience, their concerns. It's a new world. Family systems different ਨੇ, joint families ਨਹੀਂ ਰਹੀਆਂ, nuclear families ਹੋ ਗਈਆਂ, ਭੱਜ ਦੌੜ ਇੰਨੀ ਜ਼ਿਆਦਾ ਆ, ਸਰਕਮਸਟੈਂਸਸ ਜਸਟ ਬੇਸਿਕ ਨੈਸੈਸਿਟੀ ਪੂਰੀ ਕਰਨ ਲਈ ਇੰਨਾ ਕੁਛ ਕਰਨਾ ਪੈ ਰਿਹਾ ਇਸ ਟਾਈਮ ਦੇ ਉੱਤੇ। ਬਟ ਅਸੀਂ ਤੇ ਪ੍ਰੋਟੈਕਟ ਕਰਨਾ ਨਾ ਇੱਕ ਦੂਜੇ ਨੂੰ। ਠੀਕ ਗੱਲ। ਪੈਰੈਂਟਿੰਗ ਦੇ ਮਾਮਲੇ 'ਚ ਬੁੱਕਸ ਭਾਵੇਂ ਬਹੁਤ ਸਾਰੀਆਂ ਲਿਖੀਆਂ ਗਈਆਂ ਹੋ ਸਕਦੀਆਂ ਹੈ, ਐਜ਼ ਸੱਚ ਕੋਈ ਇੱਕ ਮੈਨੂਅਲ ਨਹੀਂ ਜਿਹੜਾ ਕਿ ਤੁਸੀਂ ਸੋਚੋ ਕਿ ਐਲਫਾਬੈਟੀਕਲ ਆਰਡਰ, ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਤੁਹਾਡੇ ਵਾਸਤੇ ਹੋਵੇ ਕਿ ਤੁਸੀਂ ਤੁਹਾਡੀ ਪਰਸਨੈਲਿਟੀ ਤੇ ਤੁਹਾਡੇ ਸਪਾਊਸ ਦੀ ਪਰਸਨੈਲਿਟੀ ਇੱਦਾਂ ਦੀ ਹੈ ਤੇ ਸਾਡੇ ਬੱਚੇ ਕਿੱਦਾਂ ਦੇ ਹੋਣਗੇ ਤੇ ਉਹਨਾਂ ਨੂੰ ਕਿੱਦਾਂ ਰੇਸ ਕੀਤਾ ਜਾ। ਲੈਂਗੁਏਜ ਕਿਸ ਤਰ੍ਹਾਂ ਦੀ ਅਸੀਂ ਇਸਤੇਮਾਲ ਕਰਦੇ ਹਾਂ ਆਪਣੇ ਘਰਾਂ ਦੇ ਵਿੱਚ, ਵੈਨ ਇਟ ਕਮਸ ਟੂ ਸਾਊਥ ਏਸ਼ੀਅਨ ਪੋਪੂਲੇਸ਼ਨ ਐਸਪੈਸ਼ਲੀ, ਬੜਾ ਇੰਪੋਰਟੈਂਟ ਹੈ ਕਿ ਅਸੀਂ ਸਹੀ ਸ਼ਬਦਾਂ ਦੀ ਚੋਣ ਕਰੀਏ। ਐਬਸੋਲੂਟਲੀ। ਐਂਡ ਸ਼ਬਦ ਐਂਡ ਆਲਸੋ ਬੋਡੀ ਲੈਂਗੁਏਜ, ਮੇਰੀ ਆਵਾਜ਼ ਦੀ ਟੋਨ ਕੀ ਹੈ। ਹੁਣ ਜੇ ਮੈਂ ਅੱਜ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ, ਮੇਰੀ ਪਰਸਨੈਲਿਟੀ ਦਾ ਰਿਫਲੈਕਸ਼ਨ ਸਿਰਫ ਮੇਰੇ ਸ਼ਬਦ ਨਹੀਂ ਗਏ, ਉਹ ਸ਼ਬਦਾਂ ਨੂੰ ਜਿਹੜਾ ਜੂਸ ਹੁੰਦਾ ਨਾ, ਉਹ ਟੋਨ ਦਾ ਹੁੰਦਾ ਹੈ। ਤੇ ਇੱਕ ਸਵਾਲ ਲੜਾਈ ਵੀ ਪੈਦਾ ਕਰ ਸਕਦਾ ਤੇ ਇੱਕ ਸਵਾਲ ਕਨੈਕਟ ਵੀ ਕਰ ਸਕਦਾ। ਹੁਣ ਉਹਦੇ ਪਿੱਛੇ ਇੰਟੈਂਸ਼ਨ ਕੀ ਆ, ਦੈਟ ਇਜ਼ ਵੈਰੀ ਇੰਪੋਰਟੈਂਟ ਟੂ ਕਲੈਰੀਫਾਈ। ਕਿ ਜੇ ਮੈਂ ਆਹ ਸਵਾਲ ਪੁੱਛਣ ਲੱਗਿਆ ਆਪਣੇ ਯੂਥ ਨੂੰ, ਆਪਣੇ ਕਿਡ ਨੂੰ, ਈਵਨ ਫॉर ਅ ਯੂਥ ਟੂ ਆਸਕ ਅ ਪੇਰੈਂਟ, ਕਿ ਆਪਾਂ ਸਟੈਪ ਬੈਕ ਕਰ ਸਕਦੇ ਹਾਂ ਇਹ ਜਾਣਨ ਲਈ ਕਿ ਕੀ ਜੇ ਮੈਂ ਕਿਹਾ ਤੇ ਉਹਨਾਂ ਦੇ ਕੀ ਅਸਰ ਹੋਊਗਾ ਇਸ ਚੀਜ਼ ਦੇ ਉੱਤੇ। ਇਹਨੂੰ ਐਮਪੈਥੀ ਕਹਿੰਦੇ, ਇਹਨੂੰ ਕੰਪੈਸ਼ਨ ਕਹਿੰਦੇ ਆ, ਜੋ ਕਿ ਇਟਸ ਨਾਟ ਕਿ ਸਵਿਚ ਔਨ ਕਰਤਾ ਤੇ ਅਸੀਂ 24 ਘੰਟੇ ਕੰਪੈਸ਼ਨੇਟ ਹੀ ਰਹਿਣਾ। ਇਹ ਇੱਕ ਪ੍ਰੋਸੈਸ ਆ ਜਿਹਨੂੰ ਸਮਝਣਾ ਆਈ ਥਿੰਕ ਸੋ ਥਰੂ ਸੈਲਫ ਅਵੇਅਰਨੈਸ ਆ, ਕਿ ਜੇ ਮੈਂ ਫੀਲ ਇੱਦਾਂ ਕਰ ਰਿਹਾ, ਜੇ ਮੈਂ ਆਈਡੈਂਟੀਫਾਈ ਕਰ ਲਿਆ ਕਿ ਮੈਂ ਆਪਣੇ ਬੱਚੇ ਨਾਲ ਡਿਸਕਨੈਕਟ ਫੀਲ ਕਰ ਰਹੀ ਹਾਂ, ਤੇ ਮੈਂ ਹੁਣ ਉਹ ਡਿਸਕਨੈਕਟ ਨੂੰ ਕਨੈਕਸ਼ਨ 'ਚ ਕਿਵੇਂ ਬਦਲਣਾ। ਤੇ ਮੈਨੂੰ ਇਕੱਲੇ ਇਹ ਕਰਨ ਦੀ ਲੋੜ ਹੀ ਨਹੀਂ ਗੀ। ਇਟ ਇਜ਼ ਨਾਟ ਵਨ ਸਾਈਡਡ ਥਿੰਗ, ਕਿਉਂਕਿ ਜੇ ਵਨ ਸਾਈਡਡ ਕਰੋਗੇ ਤੇ ਆਪ ਹੀ ਜ਼ੋਰ ਲਾਉਂਦੇ ਲੈ ਜਾਓਗੇ। ਕੁਛ ਜ਼ਿੰਮੇਵਾਰੀ ਯੂਥ ਦੀ ਵੀ ਹੈਗੀ ਆ ਕਿ ਜੇ ਇੰਨੀਆਂ ਇਨਸਾਈਟਸ ਉਹਨਾਂ ਕੋਲ ਹੈਗੀਆਂ ਨੇ, ਆਈ ਐਮ ਪ੍ਰੀਟੀ ਸ਼ੋਰ ਇਹ ਵੀ ਇਨਸਾਈਟ ਉਹ ਪੈਦਾ ਕਰ ਸਕਦੇ ਆ ਕਿ ਮੈਂ ਕਿਵੇਂ ਕਨੈਕਸ਼ਨ ਪੈਦਾ ਕਰਨਾ। ਹੋ ਸਕਦਾ ਪੇਰੈਂਟਸ ਨੂੰ ਥੋੜਾ ਪਹਿਲ ਆਪ ਕਰਨੀ ਪਵੇ, ਬਟ ਆਈ ਫੀਲ ਲਾਈਕ ਇਹ ਇਹੋ ਜਿਹੀ ਗੇਮ ਆ ਜਿਹੜੀ ਕਿ ਉਹ ਪਿੰਗ ਪੋਂਗ ਨਹੀਂ ਹੁੰਦੀ
ਕਿ ਤੁਹਾਨੂੰ you have to play it together. It cannot be played individually. ਨਹੀਂ ਤੇ ਫਿਰ social animals ਹੋਣ ਦਾ ਫਾਇਦਾ ਹੀ ਕੀ ਆ? So I would suggest in these scenarios ਕਿ how do I approach? What is my body language? ਕਿਉਂਕਿ ਮੈਂ ਕਹਿ ਕੁਛ ਰਿਹਾ ਨਾ ਤੇ ਜਾਂ ਮੈਂ ਪੜ੍ਹ ਰਿਹਾ ਹਾਂ. That is again ਜਦੋਂ ਮੈਂ ਤੁਹਾਨੂੰ ਦੇਖ ਰਿਹਾ ਅੱਜ ਤੇ ਮੇਰੀ ਜਿਹੜਾ observation ਆ ਉਹ ਕੱਲੀ ਤੁਹਾਡੀ ਟੋਨ ਦੀ ਨਹੀਂ ਹੈਗੀ, ਉਹ ਐਕਸਪ੍ਰੈਸ਼ਨ ਦੇ ਨਾਲ ਕਨੈਕਸ਼ਨ ਵੀ ਤੇ ਹੈ ਨਾ, ਅਟਿਊਨਮੈਂਟ ਜਿਹਨੂੰ ਕਹਿ ਦਿੰਦੇ ਆ ਕਿ ਕਿਵੇਂ ਮੈਂ ਅਟਿਊਨ ਹੋਵਾਂ ਆਪਣੇ ਬੱਚੇ ਦੇ ਨਾਲ, not only physically, emotionally as well, relational ਤੌਰ ਤੇ as well, which will bring me to one of the tools I wanted to introduce, Sure. which is active listening. ਬੜਾ ਹੀ underrated tool ਆ, but it is very, I feel like as a counselor as well, or just outside of a counselor role, I try to bring myself to active listening. ਕਿਉਂਕਿ ਜੇ ਦੇਖਿਆ ਜਾਏ ਤੇ it says ਕਿ active listening is a skill which means that you are asking a question to understand, not to respond. ਮੈਂ ਆਪਣੀ ਵਾਰੀ ਦਾ ਇੰਤਜ਼ਾਰ ਨਹੀਂ ਕਰਨ ਰਿਹਾ ਕਿ ਉਹ ਆਪਣੀ ਖਤਮ ਕਰੇ ਤੇ ਮੈਂ ਬੋਲਾਂ. It's a different way of listening. ਜਿੱਥੇ ਤੁਸੀਂ ਫਿਜ਼ੀਕਲੀ, ਇਮੋਸ਼ਨਲੀ, ਭਾਵਨਾਤਮਕ ਤੌਰ ਦੇ ਉੱਤੇ ਅਗਲੇ ਇਨਸਾਨ ਦੇ ਨਾਲ ਬੈਠੇ ਹੋ ਪ੍ਰੈਜ਼ੈਂਟ ਦੇ ਵਿੱਚ. ਇਹ ਨਹੀਂ ਹੈ ਕਿ ਜੋ ਨੇ ਕਿਹਾ ਤੇ ਤੁਸੀਂ ਹੋਰ ਹੀ ਮਹੱਲੇ 'ਚ ਪਹੁੰਚ ਗਏ ਹੋ, ਆਪਣੇ ਖਿਆਲਾਂ ਦੇ ਵਿੱਚ ਕਿਤੇ ਹੋਰ ਹੀ ਪਹੁੰਚ ਗਏ ਹੋ. ਐਂਡ ਇਟ ਇਜ਼ ਆਲਸੋ ਮਸਲ ਜਿਹੜਾ ਆਪਣੇ ਵਿੱਚ ਹੌਲੀ ਹੌਲੀ ਡਿਵੈਲਪ ਹੁੰਦਾ ਕਿ ਜੇ ਮੈਂ ਅੱਜ ਐਕਟਿਵ ਲਿਸਨਿੰਗ ਬੋਲਤਾ ਹੈ ਸ਼ਬਦ, ਇਟ ਇਜ਼ ਅਪ ਟੂ ਯੂ ਕਿ ਹੁਣ ਤੁਸੀਂ ਕਿਵੇਂ ਉਹਦੀ ਬਾਰੇ ਰਿਸਰਚ ਕਰਦੇ ਹੋ. You might Google search, Google ਬਾਬਾ ਬੈਠਾ ਹੈ, ਸਰਚ ਕਰੋ, ਬਥੇਰੇ ਰਿਸੋਰਸਿਸ ਆ ਜਾਣੇ ਆ. There are answers around it, but there needs to be a will to find an answer. ਉਹ ਤੇ ਸ਼ੁਰੂਆਤ ਤੇ ਉੱਥੇ ਹੀ ਹੋਣੀ ਹੈ ਨਾ. ਬਿਲਕੁਲ ਐਕਟਿਵ ਲਿਸਨਿੰਗ ਵਾਸਤੇ ਟਾਈਮ, ਐਫਰਟ, ਮੋਟੀਵੇਸ਼ਨ ਚਾਹੀਦੀ ਹੈ. Absolutely. ਮੈਨੂੰ ਜੇ ਸਵਾਲ ਹੀ ਸਮਝ ਨਹੀਂ ਲੱਗਿਆ ਤਾਂ ਮੈਂ ਤੁਹਾਨੂੰ ਸਮਝੂੰਗਾ ਕਿ ਸੋ ਜਿਹੜਾ ਸਵਾਲ ਨਿਕਲਦਾ ਹੈ ਨਾ ਐਕਟਿਵ ਲਿਸਨਿੰਗ ਚੋਂ, ਉਹ ਜਜਮੈਂਟਲ ਨਹੀਂ ਹੁੰਦਾ. ਉਹ ਅਗਲਾ ਵੀ ਰਿਸੀਵ ਕਰਦਾ ਆ ਓਪਨ ਐਂਡਡ ਨਾਲ, ਦੂਜਾ ਵੀ ਕਨੈਕਟਡ ਫੀਲ ਕਰੂਗਾ, ਜੋ ਕਿ ਅਗੈਨ ਅ ਲੋਟ ਆਫ ਟਾਈਮਸ ਕਿਉਂਕਿ ਆਪਾਂ ਡਰਦੇ ਹਾਂ ਐਜ਼ ਅ ਯੂਥ ਕ੍ਰਿਟਿਸਿਜ਼ਮ ਤੋਂ ਕਿ ਪਤਾ ਹੈ ਮੇਰੇ ਪੇਰੈਂਟ ਦਾ, ਤੁਹਾਨੂੰ ਦੋਨਾਂ ਨੂੰ ਪਤਾ ਹੈ ਇੱਕ ਦੂਜੇ ਬਾਰੇ, ਆਪਾਂ ਕਿਹੜੀ ਸਿਚੁਏਸ਼ਨ 'ਚ ਕਿੱਦਾਂ ਰਿਐਕਟ ਕਰਨਾ, ਆਦਤਾਂ ਬਣੀਆਂ ਨੇ, ਆਪਾਂ ਦੋਨੋਂ ਬੰਨਿਓ ਪਤਾ ਹੈ ਆਦਤਾਂ, ਯੂਥ ਨੂੰ ਵੀ ਪਤਾ ਹੈ ਤੇ ਪੇਰੈਂਟ ਨੂੰ ਵੀ ਪਤਾ ਹੈ. ਹੁਣ ਉਹ ਤੋੜਨੀਆਂ ਤੇ ਆਪਾਂ ਹੀ ਹੈ ਨਾ. ਜੇ 10 ਸਾਲ ਤੋਂ ਸੇਮ ਚੀਜ਼ ਕੀਤੀ ਆ ਤੇ ਉਹਨੂੰ ਤੋੜਨ ਲਈ ਵੀ, ਰਿਪੇਅਰ ਕਰਨ ਲਈ ਵੀ 2 ਬੰਦੇ ਹੀ ਚਾਹੀਦੇ ਜਿਹੜੇ ਇਨਵੋਲਵ ਸੀਗੇ ਉਹਦੇ ਵਿੱਚ. So I feel like there is possibility and hope through active listening. Right. Jerry ਉਹਨਾਂ ਨੇ ਸਾਨੂੰ ਮੈਸੇਜ ਭੇਜਿਆ, ਉਹਨਾਂ ਨੇ ਆਪਣੇ ਟੈਕਸਟ 'ਚ ਲਿਖਿਆ ਹੈ, ਕਹਿੰਦੇ ਕਿ ਪੇਰੈਂਟਸ ਆਰ ਸੋ ਬਿਜ਼ੀ ਥੀਸ ਡੇਜ਼ ਕਿ ਉਹਨਾਂ ਨੂੰ ਆਪਣੇ ਬੱਚਿਆਂ ਦੇ ਵੱਲ, ਸਪੈਸ਼ਲੀ ਵੈਨ ਇਟ ਕਮਸ ਟੂ ਟੀਨ ਏਜ, ਉਹਨਾਂ ਵੱਲ ਧਿਆਨ ਦੇਣ ਦਾ ਵੀ ਟਾਈਮ ਨਹੀਂ ਲੱਗਦਾ. ਵੈਨ ਪੇਰੈਂਟਸ ਟੈਲ ਦ ਕਿਡਸ ਕਿ ਜੇ ਇਹ ਸਾਰਾ ਕੁਛ ਅਸੀਂ ਕਰ ਰਹੇ ਹਾਂ ਜਾਂ ਇੰਨੇ ਕੰਮ ਕਰ ਰਹੇ ਹਾਂ ਤਾਂ ਤੁਹਾਡੇ ਫਿਊਚਰ ਵਾਸਤੇ ਕਰ ਰਹੇ ਹਾਂ, ਉਹ ਬੱਚਿਆਂ ਨੂੰ ਕਹਿੰਦੇ ਆ. ਤੇ ਕਹਿੰਦੇ ਉਹ ਅੱਗਿਓਂ ਟੀਨਸ ਰਿਸਪੌਂਡ ਕਰਦੇ ਆ ਕਿ ਮਮ, ਡੈਡ, work for yourself, we will find a way to survive ourselves, we don't need your property. ਕਹਿੰਦੇ ਇਦਾਂ ਦੇ ਜਵਾਬ ਜਦੋਂ ਆ ਜਾਂਦੇ ਆ, ਮੈਨੂੰ ਲੱਗਦਾ ਕਿ ਉੱਥੇ ਡਿਸਕਨੈਕਟ ਹੈ ਜੀ. ਕਿਉਂਕਿ ਜੇ ਟੀਨ ਨੇ ਏਦਾਂ ਰਿਸਪੌਂਡ ਕੀਤਾ, ਮੈਂ ਕਿਵੇਂ ਫੀਲ ਕਰੂੰਗਾ? ਡਿਸਮਿਸਿਵ, ਕਿ ਜੋ ਮੈਂ ਕਿਹਾ ਮੈਨੂੰ ਸੁਣਿਆ ਹੀ ਨਹੀਂ ਗਿਆ. ਜੇ ਮੈਂ ਉਹ ਟੀਨ ਹੋਵਾਂ, ਫੋਰ ਐਗਜ਼ਾਮਪਲ, ਜੇ ਮੈਂ ਉਹਨਾਂ ਦਾ ਬੱਚਾ ਬਣ ਜਾ ਫੋਰ ਇਮੈਜੀਨੇਸ਼ਨ, ਤੇ ਮੈਂ ਕਹੂੰਗਾ ਕਿ ਆਈ ਰੀਅਲੀ ਐਪਰੀਸ਼ੀਏਟ ਕਿ ਤੁਸੀਂ ਮੇਰੇ ਲਈ ਇੰਨਾ ਕੁਛ ਕਰ ਰਹੇ ਹੋ. ਵੈਲੀਡੇਸ਼ਨ, ਆਈ ਕੈਨ ਸੀ ਕਿ ਤੁਸੀਂ ਇੰਨਾ ਕੁਛ ਮੇਰੇ ਲਈ ਕਰ ਰਹੇ ਹੋ ਤਾਂ ਕਿ ਮੇਰਾ ਫਿਊਚਰ ਸਿਕਿਉਰ ਹੋ ਜਾਏ. ਪਰ ਮੈਂ ਵੀ ਚਾਹੁੰਦਾ ਹਾਂ ਕਿ ਮੈਂ ਆਪਣੀ ਜ਼ਿੰਦਗੀ ਨੂੰ ਆਪਣੇ ਨਜ਼ਰੀਏ ਨਾਲ ਵੇਖਾਂ, ਤੇ ਮੈਂ ਤੁਹਾਨੂੰ ਹੈਲਪ ਮੰਗਣ ਆਊਂਗਾ ਜਦੋਂ ਮੈਨੂੰ ਲੱਗਿਆ ਕਿ ਮੈਨੂੰ ਲੋੜ ਆ. ਪਲੱਸ ਮੈਨੂੰ ਪਤਾ ਹੈ ਕਿ ਤੁਸੀਂ ਮੇਰੇ ਬੈਕਅਪ ਤੇ ਹੋਈ ਹੋ, ਕਿ ਜੇ ਮੈਂ ਡਿੱਗਿਆ ਤੇ ਤੁਸੀਂ ਚੁੱਕ ਲੈਣਾ. ਹੁਣ ਆਹ ਕਨਵਰਸੇਸ਼ਨ ਤੇ ਜਿਹੜੀ ਤੁਸੀਂ ਦੱਸੀ, ਇਟਸ ਜ਼ਮੀਨ ਅਸਮਾਨ ਦਾ ਫਰਕ ਆ. ਕਿ ਐਜ਼ ਅ ਯੂਥ ਆਈ ਵਾਂਟ ਟੂ ਇਨਕਰੇਜ ਯੂਥ ਟੂ ਵੈਲੀਡੇਟ ਦੇਅਰ ਪੇਰੈਂਟਸ. The struggles their parents have faced is a different struggle than they are facing. I always feel like ਜਿਹੜੀ ਪਿਛਲੀ generation ਸੀਗੀ ਨਾ, it was all about survival. This generation is all about identity. Right. ਇਹਦੇ ਵਿੱਚ ਜੇ ਤੁਸੀਂ ਆਈਡੈਂਟਿਟੀ ਦੀ ਗੱਲ ਕਰੋ ਤੇ ਉਹ ਕਹਿੰਦੇ ਤੁਹਾਡੀਆਂ ਬੇਸਿਕ ਨੀਡਸ ਤੇ ਪੂਰੀਆਂ ਹੋਈਆਂ ਨਹੀਂ. ਸਿਕਿਉਰਿਟੀ, they want to find security, the previous generation, which is very valid. We should have certain secure base, ਭਾਵੇਂ ਉਹ secure connection ਹੋਵੇ, ਭਾਵੇਂ secure finance ਹੋਵੇ. But again, I was mentioning about present oriented. I feel like maybe this generation is more present oriented. ਕਿ ਜਿਹੜੀ ਆਪਣੀ ਪਿਛਲੀ ਜਨਰੇਸ਼ਨ, ਮੇਰੇ ਪੇਰੈਂਟਸ ਦੀ, ਉਹ ਜ਼ਿਆਦਾ ਫਿਊਚਰ ਬਾਰੇ ਸੋਚਦੇ ਸੀ, ਕਿਉਂਕਿ ਜਿਹੜੇ ਹਾਲਾਤਾਂ ਦਾ ਉਹ ਗੁਜ਼ਰੇ ਆ, ਭਾਵੇਂ ਕਲੋਨੀਅਲਿਜ਼ਮ ਆ, ਭਾਵੇਂ ਰਾਇਟਸ ਨੇ, ਕੀ ਕੁਛ ਹੋਇਆ ਇੰਡੀਆ ਦੇ ਵਿੱਚ, ਐਂਡ ਹਾਊ ਦੇ ਮਾਈਗ੍ਰੇਟਡ. ਇਟ ਇਜ਼ ਵੈਰੀ ਜੈਨੂਅਨ ਫॉर them to be in that mode. ਨਰਵਸ ਸਿਸਟਮ ਯੂਜ਼ਡ ਟੂ ਹੋ ਗਿਆ ਉਸ ਮੋਡ ਤੇ, ਉਸ ਫਲਾਈਟ ਫਾਈਟ, ਫਰੀਜ਼, ਸ਼ਟ ਡਾਊਨ.
this is what has been happening. Yeah. Even in today's society, if you see around, मैं काफ़ी चीज़ें ना nervous system ਦੇ point ਨਾਲ ਦੇਖਦਾ ਕਈ ਵਾਰ ਕਿ ਆਪਾਂ ਕਿਹੜੇ ਮੋਡ 'ਚ ਆ. Flight fight is important ਕਿਉਂਕਿ ਆਪਾਂ ਸਰਵਾਈਵਲ ਲਈ ਇੰਪੋਰਟੈਂਟ ਆ, ਪਰ ਉਹ ਕਈ ਵਾਰ ਬ੍ਰਿਜ ਵੀ ਬਰਨ ਕਰ ਦਿੰਦਾ ਬਿਕੋਜ਼ ਆਪਾਂ ਲਿਸਨ ਕਿਉਂ ਨਹੀਂ ਕਰ ਪਾ ਰਹੇ ਕਿਉਂਕਿ we are in that state of nervous system. And the next generation is not like that. Not entirely, but I feel like they're overloaded. ਜੋ ਜਿਹੜੀ ਰੈਸਟ ਮਾਂ-ਬਾਪ ਨੇ ਨਾ ਕੀਤੀ ਉਹ ਹੁਣ ਕਰ ਰਹੇ. I always have like it's a humor side ਕਿ ਜਿਹੜੀ ਤੁਸੀਂ ਰੈਸਟ ਨੇ ਨਾ ਕੀਤੀ ਉਹ ਹੁਣ ਤੁਹਾਡੇ ਬੱਚੇ ਕਰ ਰਹੇ ਰੈਸਟ. It's just so generationally speaking, scientifically speaking, even ਤੁਹਾਡਾ ਜਿਹੜਾ nervous system ਆ ਉਹ like 3-4 generation old ਹੁੰਦਾ. ਹਾਂਜੀ. It's so interesting. Yeah. ਤੇ how do you expect ਕਿ ਹੁਣ ਉਹ ਕਹਿੰਦੇ ਨਾ ਇਹਨਾਂ ਨੂੰ ਤੇ ਥੋੜੀ ਜਿਹੀ ਚੀਜ਼ ਕਹਿ ਦੋ ਤੇ ਬੜੇ ਸੈਂਸਿਟਿਵ ਹੋ ਜਾਂਦੇ ਆ. ਇਟਸ ਆਲਮੋਸਟ ਲਾਈਕ ਕਿ ਪੇਨ ਹਰ ਜਗ੍ਹਾ ਆ. On that, we'll continue the conversation. ਆਪਣੇ listeners ਨੂੰ ਦੱਸਦੇ ਹਾਂ ਕਿ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਅਮਰਪ੍ਰੀਤ ਸ਼ੀਨਾ ਹੋਣਾ ਦੇ ਨਾਲ, ਜਿਹੜੇ ਕਿ ਯੂਥ ਕਾਉਂਸਲਰ ਨੇ ਵਿਦ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼. ਬਹੁਤ ਸਾਰੇ ਪੇਰੈਂਟਸ ਨੂੰ ਅਜਿਹੀ ਸਪੋਰਟ ਐਂਡ ਹੈਲਪ ਦੀ ਲੋੜ ਮਹਿਸੂਸ ਹੁੰਦੀ ਹੈ ਜਦੋਂ ਬੱਚੇ ਜਵਾਨ ਹੋ ਜਾਂਦੇ ਆ. ਜਦੋਂ ਉਹ ਨੌਜਵਾਨ ਹੋ ਗਏ ਜਾਂ ਜਵਾਨੀ ਦੀ ਦਹਲੀਜ਼ 'ਤੇ ਉਹਨਾਂ ਨੇ ਕਦਮ ਧਾਰ ਲਿਆ, ਉਹਨਾਂ ਦੀਆਂ ਚੇਂਜਸ ਬੋਡੀ ਲਈ ਆਉਣੀਆਂ ਸ਼ੁਰੂ ਹੋਈਆਂ, ਫਿਜ਼ੀਕਲੀ ਆਉਣੀਆਂ ਸ਼ੁਰੂ ਹੋਈਆਂ, ਉੱਥੇ ਮੈਂਟਲੀ ਵੀ ਆਉਂਦੀਆਂ ਔਰ ਉੱਥੇ ਹੀ ਕਿਤੇ ਨਾ ਕਿਤੇ ਉਹਨਾਂ ਦੀਆਂ ਆਪ ਦੀਆਂ ਆਸਾਂ ਉਮੀਦਾਂ ਬਣਨੀਆਂ ਸ਼ੁਰੂ ਹੁੰਦੀਆਂ. ਉਹਨਾਂ ਨੂੰ ਕਿਸੇ ਹੋਰ ਦੇ ਨਾਲ ਲਗਾਵ ਹੋਣਾ ਸ਼ੁਰੂ ਹੋ ਜਾਂਦਾ, ਹੋਰਨਾਂ ਦੇ ਨਾਲ ਪਿਆਰ ਮੁਹੱਬਤ ਪੈਣੀ ਸ਼ੁਰੂ ਹੋ ਜਾਂਦੀ, ਚਾਹੇ ਉਹ ਦੋਸਤਾਨਾ ਹੈ ਜਾਂ ਇੰਟੀਮੇਟ ਹੁੰਦੇ ਨੇ ਕਿਸੇ ਦੇ ਨਾਲ. ਕੀ ਉਹ ਚੀਜ਼ਾਂ ਨੇ ਜਿਹੜੀਆਂ ਕਿ ਪੇਰੈਂਟਸ ਹਿਚਕਚਾਉਂਦੇ ਨੇ ਅੱਜ ਦੇ ਯੁੱਗ ਦੇ ਵਿੱਚ ਵੀ ਉਹਨਾਂ ਨਾਲ ਗੱਲਬਾਤ ਕਰਨ ਲਈ? ਇਹ ਗੱਲਾਂ ਜੇਕਰ ਕਾਉਂਸਲਰ ਦੇ ਨਾਲ ਕਰ ਲਈਆਂ ਜਾਣ ਤੇ ਮੇਰੇ ਕੋਲ ਅਮਰ ਇੱਦਾਂ ਦੇ ਵੀ ਕੰਸਰਨਸ ਆਫ ਏਅਰ ਆਉਂਦੇ ਆ. ਲੋਕੀ ਮੈਨੂੰ ਆਫਿਸ ਲਾਈਨ ਸਾਡੀ ਹੈਗੀ ਆ ਉੱਤੇ ਕਾਲ ਕਰਦੇ ਆ ਤੇ ਉਹ ਪੁੱਛਣਗੇ ਕਿ ਅਸੀਂ ਆਪਣੇ ਬੱਚੇ ਨੂੰ ਉਹ ਲੱਗ ਰਿਹਾ ਹੈ ਕਿ ਡਰੱਗਸ ਵਾਲੀ ਸਾਈਡ ਤੇ ਜਾ ਰਹੇ ਆ, ਲੈ ਕੇ ਜਾਣਾ ਆ ਤੇ ਕਿੱਥੇ ਅਸੀਂ ਇਕੱਠੇ ਜਾ ਸਕਦੇ ਆ ਕਿ ਵੀ ਸਾਡਾ ਬੱਚਾ ਜਿਹੜਾ ਹੈ ਉੱਥੇ ਕੰਫਰਟੇਬਲ ਵੀ ਫੀਲ ਕਰੇ, ਨਾਨ ਜਜਮੈਂਟਲ ਪਲੇਸ ਹੋਵੇ. ਤੇ ਆਈ ਆਲਵੇਜ਼ ਗਿਵ PCHS ਦਾ ਨੰਬਰ, ਤੁਸੀਂ ਉੱਥੇ ਜਾ ਕੇ ਦੇਖੋ ਗੱਲ ਕਰਕੇ. ਜੀ. ਸੋ ਇਨ ਟਰਮਸ ਆਫ ਲਾਈਕ resourceful, yes, right? Resources ਕਿਹੜੇ tap in ਕੀਤੇ ਜਾਣ. It goes back to the basic of a counselor ਦਾ job ਕੀ ਆ. ਬਟ ਬਥੇਰੀਆਂ ਡਿਫਰੈਂਟ ਕੈਟੇਗਰੀਜ਼ ਨੇ. ਥੈਰੇਪਿਸਟ ਹੋ ਗਏ, ਸਾਈਕੋਲੋਜਿਸਟ ਹੋ ਗਏ, ਸਾਈਕਾਇਟਰਿਸਟ ਹੋ ਗਏ. ਸੋ ਇਟ ਇਜ਼ ਵੈਰੀ ਇੰਪੋਰਟੈਂਟ ਕਿ ਥੋੜ੍ਹੀ ਆਪ ਪਹਿਲਾਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਗੇਨ ਕਰਨੀ. ਇੱਕ ਕੌਨਫੀਡੈਂਸ਼ੀਅਲਿਟੀ ਦਾ ਬੜਾ ਵੱਡਾ ਐਸਪੈਕਟ ਆ ਜੋ ਕਿ ਅਸੀਂ ਮੋਰਲੀ ਐਥੀਕਲੀ obliged ਆ ਟੂਵਰਡਸ ਆਰ ਰਜਿਸਟ੍ਰੇਸ਼ਨ ਬੋਡੀਜ਼ ਕਿ ਇਟ ਇਜ਼ ਵੈਰੀ ਇੰਪੋਰਟੈਂਟ ਫॉर us to maintain that. It is part of trust building ਕਿ if you are coming to us, if you are my individual client, I maintain that with full responsibility. There are limits of confidentiality there ਜਿੱਥੇ ਕਿ harm ਆ ਕੋਈ ਦੂਜੇ ਨੂੰ ਜਾਂ ਇਹਨਾਂ ਨੂੰ. That is where I would involve other helpers and authorities. But overall, the privacy and confidentiality is maintained ਜਿੱਥੇ ਕਿ ਆਪਾਂ skeptical ਹੁੰਦੇ ਆ. It's so funny though. We are more comfortable with talking to a ਚਾਚਾ ਤਾਇਆ ਜਿਹਨੂੰ ਸਾਡੇ ਬੱਚੇ ਬਾਰੇ ਕੁਝ ਪਤਾ ਹੀ ਨਹੀਂ ਆ, ਨਾ ਉਹਨੇ ਵੱਡਾ ਹੁੰਦਾ ਦੇਖਿਆ, ਨਾ ਇਟਸ ਸੋ ਫਨੀ ਕਿ ਆਪਾਂ ਉੱਧਰ ਜ਼ਿਆਦਾ ਕੰਫਰਟੇਬਲ ਆ ਜਾਣ ਲਈ ਵਰਸਿਸ ਇੱਕ ਕਾਉਂਸਲਰ ਜਿਹੜਾ ਬੈਠਾ ਜਿਹਨੇ ਮੇ ਬੀ ਆਲਰੇਡੀ ਟ੍ਰੇਨਿੰਗ ਕਾਫੀ ਲਈ ਹੈ. ਸਾਨੂੰ ਤਾਂ ਸਿਖਾਇਆ ਜਾਂਦਾ, ਟ੍ਰੇਨ ਕੀਤਾ ਜਾਂਦਾ ਹੈ ਕਿ ਕਿਵੇਂ ਤੁਸੀਂ ਇਹ ਚੀਜ਼ਾਂ ਮੇਨਟੇਨ ਰੱਖਣੀਆਂ ਹੈ, ਭਾਵੇਂ ਅਨਕੰਡੀਸ਼ਨਲ ਰਿਗਾਰਡ ਹੋ ਗਿਆ, ਪੋਜ਼ੀਟਿਵ ਰਿਗਾਰਡ ਹੋ ਗਿਆ. ਬਾਇਸ ਜਿਹੜਾ ਹੈ ਫੀਲ ਲਾਈਕ ਮੇ ਬੀ ਇਟ ਇਜ਼ ਲੈਸ ਇਨ ਅ ਕਾਉਂਸਲਰ ਦੈਨ ਅ ਚਾਚਾ ਤਾਇਆ ਜਿਹਨੂੰ ਥੋੜ੍ਹਾ ਪਰਸਨਲੀ ਪਤਾ ਹੈ ਤੁਹਾਡੇ ਬਾਰੇ. ਤੁਹਾਨੂੰ ਕਿਵੇਂ ਪਤਾ ਹੈ ਕਿ that person is so fully aware ਕਿ ਉਹਨੂੰ jealousy ਨਹੀਂ ਆ ਜਾਂ ਫਿਰ ਉਹਦਾ ਆਪਣਾ ਕੋਈ ulterior motive ਨਹੀਂ ਹੈਗਾ, rather than going to a counselor or some other help, any kind of help. ਜਾਂ ਫਿਰ ਉਹ ਕਹਿੰਦੇ ਪੁਰਾਣੇ ਜਿਹੜੇ ਬੁੱਢੇ ਹੁੰਦੇ ਸੀ ਘਰ 'ਚ ਜੋ ਕਿ absent ਨੇ ਹੁਣ. That is an ਅਫਸੋਸ ਵੀ ਆ, sadness ਵੀ ਆ about that ਕਿ ਉਹਦੇ ਕੁਝ ਉਹਨਾਂ ਕੋਲ ਚਲੇ ਗਏ ਜਿਨ੍ਹਾਂ ਨੇ ਸਾਡੀ ਸੁਣਨੀ ਵੀ ਆ ਤੇ ਉਹਨਾਂ ਨੇ ਸੁਣਾਉਣਾ ਵੀ ਆ. ਇੱਕ ਇਹ ਵੀ ਹੁੰਦਾ ਨਾ ਪੇਰੈਂਟਸ ਨੂੰ ਕਿ ਇਹ ਸਾਡੀ ਤਾਂ ਸੁਣਦੇ ਨਹੀਂ, ਤੁਹਾਡੀ ਸ਼ਾਇਦ ਸਮਝ ਜਾਣਗੇ. ਜੀ that's actually proven ਕਿ ਕਈ ਵਾਰ adding a third person in the equation, they might listen to the other person. Yes, it's funny how psychology works sometimes, honestly. ਖਾਸ ਤੌਰ ਤੇ when it comes to youngsters ਤਾਂ ਫਿਰ ਫਿਕਰ ਮਹਿਸੂਸ ਕਰਨ ਲੱਗ ਜਾਂਦੇ. ਫਿਕਰ ਵਾਲੀ ਦੇਖੋ ਕੋਈ ਗੱਲ ਨਹੀਂ ਹੈ, it's just ਕਿ ਤੁਹਾਡਾ ਆਪਸੀ ਇੱਕ ਦੂਸਰੇ ਦੇ ਨਾਲ ਰਿਸ਼ਤਾ ਸ਼ੁਰੂਆਤ ਤੋਂ ਕਿਹੋ ਜਿਹਾ ਬਣਿਆ ਹੋਇਆ. ਇਹ ਜਦੋਂ 12-13 ਸਾਲ ਦੇ ਹੋ ਗਏ ਉਦੋਂ ਨਹੀਂ ਵੀ ਜ਼ਿਆਦਾ ਲਾਡਲੇ ਜੇ ਬਣਾ ਲਈਏ ਉਹਨਾਂ ਨੂੰ, ਨਹੀਂ, ਉਸ ਤੋਂ ਪਹਿਲਾਂ ਵੀ ਲਾਡ ਪਲੱਸ ਡਾਂਟ ਪਲੱਸ ਇੱਕ ਦੂਸਰੇ ਦੇ ਨਾਲ ਸੰਤੁਲਨ ਬਣਾ ਕੇ, ਸਮਝ ਬਣਾ ਕੇ ਚੱਲਣਾ ਕਿੰਨਾ ਜ਼ਿਆਦਾ ਜ਼ਰੂਰੀ ਹੈ. ਹੁਣ ਅਨਦਰ ਟੂਲ ਜਿਹੜਾ ਅਮਰ ਸ਼ੇਅਰ ਕਰਨਾ ਚਾਹੁੰਦੇ ਆਪਣੇ ਲਿਸਨਰਸ ਵਾਸਤੇ ਉਹ ਹੈ ਵੈਲੀਡੇਸ਼ਨ ਦਾ. ਜੀ ਉਹ ਕੀ ਹੈ? ਐਂਡ ਅਕਸਰ ਵੈਲੀਡੇਸ਼ਨ ਇਜ਼ maybe I'll try to explain with an example
ਕਿ ਜਿਵੇਂ ਤੁਸੀਂ ਮੈਨੂੰ ਕੁਝ ਦੱਸਿਆ ਆਪਣੇ ਬਾਰੇ, ਤੁਸੀਂ ਦੱਸਿਆ ਕਿ ਮੇਰੇ ਨਾਲ ਇੱਦਾਂ ਹੋਇਆ ਅਤੇ ਮੈਂ ਇੱਦਾਂ ਮਹਿਸੂਸ ਕੀਤਾ, ਅਤੇ ਹੁਣ ਮੈਂ ਇਹਨੂੰ ਰਿਸਪੌਂਡ ਕਿਵੇਂ ਕਰਨਾ। ਹੁਣ ਵੈਲੀਡੇਸ਼ਨ ਦਾ ਟੂਲ ਇਹ ਆ ਕਿ ਇਟ ਡਜ਼ਨਟ ਮੀਨ ਕਿ ਤੁਸੀਂ ਐਗਰੀ ਕਰ ਰਹੇ ਹੋ ਕਿਸੇ ਦੇ ਨਾਲ, ਪਰ ਤੁਸੀਂ ਐਗਰੀ ਕਰ ਰਹੇ ਹੋ ਕਿ ਉਹਨਾਂ ਨੂੰ ਮਹਿਸੂਸ ਕਿਵੇਂ ਹੋਇਆ ਕਿਉਂਕਿ ਉਹਨਾਂ ਨਾਲ ਇੱਦਾਂ ਹੋਇਆ। ਸੋ ਮੈਂ ਤੁਹਾਡੇ ਨਾਲ ਜਦੋਂ ਵੈਲੀਡੇਸ਼ਨ ਦਾ ਟੂਲ ਯੂਜ਼ ਕਰ ਰਿਹਾ, ਆਈ ਵਿਲ ਸੇ ਕਿ ਮੈਂ ਦੇਖ ਸਕਦਾ ਹਾਂ ਕਿਉਂਕਿ ਜ਼ਿੰਦਗੀ ਨੇ ਤੁਹਾਨੂੰ ਇੰਨੇ ਧੱਕੇ ਦਿੱਤੇ, ਇਨ ਐਗਜ਼ਾਮਪਲ, ਕਿ ਇਸ ਕਾਰਨ ਤੁਸੀਂ ਇੱਦਾਂ ਮਹਿਸੂਸ ਕਰ ਰਹੇ ਹੋ। ਸੋ ਇਹਦੇ ਵਿੱਚ ਮੈਂ ਇੱਦਾਂ ਨਹੀਂ ਕਹਿ ਰਿਹਾ ਕਿ ਹਾਂ ਨਹੀਂ ਇੱਦਾਂ ਹੀ, ਆਈ ਐਮ ਨਾਟ ਐਗਰੀਇੰਗ ਵਿਦ my own experience, I'm agreeing with their experience of themselves. ਦੋ ਡਿਫਰੈਂਟ ਚੀਜ਼ਾਂ ਨੇ, ਕਿਉਂਕਿ ਵੈਲੀਡੇਸ਼ਨ ਉਦੋਂ ਵੀ ਯੂਜ਼ ਹੁੰਦਾ ਜਦੋਂ ਆਪਾਂ ਕਹਿੰਦੇ ਇਹ ਮੇਰੇ ਬਾਰੇ ਨਹੀਂ ਅਗਲੇ ਬਾਰੇ। ਆਪਾਂ ਹਰ ਚੀਜ਼ ਕਈ ਵਾਰ ਟੈਂਡੈਂਸੀ ਹੁੰਦੀ ਆਪਣੇ ਬਾਰੇ ਬਣਾ ਦੇਣੀ, ਐਂਡ ਆਪਣੇ ਜੇ ਐਕਸਪੀਰੀਅੰਸਿਸ ਉਹਦੇ ਦੌਰਾਨ ਸ਼ੇਅਰ ਵੀ ਕਰਨੇ ਆ। ਇਹ ਸਟੈਪ ਬੜਾ ਇੰਪੋਰਟੈਂਟ ਆ, ਕਿਉਂਕਿ ਆਪਾਂ ਕਈ ਵਾਰ ਜੇ ਅਗਲੇ ਦੀ ਵੈਲੀਡੇਟ ਵੀ ਨਹੀਂ ਨਾ ਕੀਤੀ ਗੱਲ ਕਿ ਉਹ ਕਹਿ ਕੀ ਰਿਹਾ, ਤੇ ਆਪਾਂ ਸਕਿਪ ਕਰ ਦਿੱਤਾ, ਅੱਛਾ ਮੇਰੇ ਨਾਲ ਵੀ ਇੱਦਾਂ ਹੋਇਆ ਸੀ ਐਂਡ ਆਪਾਂ ਹੋਰ ਐਗਜ਼ਾਮਪਲਸ ਐਡ ਕਰਤੇ। ਬੇਸ਼ੱਕ ਸਾਡਾ ਇੰਟੈਂਸ਼ਨ ਇਹੀ ਹੈ ਕਿ ਮੈਂ ਰਿਲੇਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਇਹ ਬੜਾ ਹੀ ਇੰਪੋਰਟੈਂਟ ਸਟੈਪ। ਆਈ ਫੀਲ ਲਾਈਕ ਪਰਸਨਲੀ ਸਪੀਕਿੰਗ ਐਜ਼ ਵੈਲ ਮੇਰੀ ਜ਼ਿੰਦਗੀ ਕਾਫੀ ਈਜ਼ੀ ਹੋ ਗਈ ਆ ਇਸ ਟੂਲ ਦੇ ਨਾਲ। ਅੱਛਾ, ਆਦਤਾਂ ਹੁੰਦੀਆਂ ਨੇ ਵਾਪਸ ਮੇਰੇ ਵਿੱਚ ਵੀ, ਜਿੱਥੇ ਕਿ ਮੈਂ ਰਿਐਕਟ ਹੀ ਕਰਨਾ ਹੈ ਕਿਉਂਕਿ ਮੈਂ ਵੀ ਇਨਸਾਨ ਹੀ ਹਾਂ, ਬਟ ਐਟ ਦ ਸੇਮ ਟਾਈਮ ਜਿੰਨਾ ਮੈਂ ਇਹਨੂੰ ਯੂਜ਼ ਕਰਦਾ ਹਾਂ ਓਨਾ ਹੀ ਮੈਂ ਦੇਖ ਰਿਹਾ ਹਾਂ ਕਿ ਈਵਨ ਲਾਈਕ ਇਨ ਮਾਈ ਪਰਸਨਲ ਲਾਈਫ ਔਰ ਈਵਨ ਮਾਈ ਪ੍ਰੋਫੈਸ਼ਨਲ ਲਾਈਫ, both are actually being useful. Using the tool of validation and active listening. ਹੈ ਬੜੀ ਸਿੰਪਲ ਚੀਜ਼ਾਂ ਨੇ, ਪਰ ਜਦੋਂ ਤੁਸੀਂ ਇਹਨੂੰ ਢਾਲੋਗੇ ਆਪਣੀ ਲਾਈਫ ਦੇ ਵਿੱਚ ਉਹ ਵਿਡਰੋਲ ਸਿੰਪਟਮਸ ਆਉਣੇ ਆ। ਕਈ ਪੇਰੈਂਟਸ ਦੇ ਜਦੋਂ ਯੰਗਸਟਰਸ ਨੇ ਹੈ ਨਾ, ਇੱਕ ਤਾਂ ਪੜ੍ਹਾਈ ਬਾਰੇ ਵੀ ਉਹਨਾਂ ਦੀ ਫਿਕਰ ਆ ਕਿ ਇਹਨਾਂ ਦਾ ਫਿਊਚਰ ਸੈੱਟ ਹੋ ਜਾਏ, ਦੂਸਰਾ ਇਹ ਕਿ ਇਹ ਆਦਤਾਂ ਇਹਨਾਂ ਦੀਆਂ ਚੰਗੀਆਂ ਹੋਣ, ਮਾੜੀਆਂ ਆਦਤਾਂ ਮਾੜੀ ਸੰਗਤ 'ਚ ਨਾ ਪੈ ਜਾਣ, ਤੀਸਰਾ ਕਿ ਘਰ ਦੇ ਵਿੱਚ ਉਹਨਾਂ ਦਾ ਰਹਿਣਾ ਸਹਿਣਾ ਕਿੱਦਾਂ ਦਾ ਆ, ਇਹ ਤਾਂ ਕਮਰੇ ਦੀ ਸਫਾਈ ਨਹੀਂ ਕਰਦੇ, ਤੁਸੀਂ ਬਾਹਰ ਜਾ ਕੇ ਕੀ ਕਰ ਲੂੰਗੇ, ਇਹੋ ਜਿਹੀਆਂ ਗੱਲਾਂ। ਫਿਰ ਉਹ 17 ਸਾਲ ਦਾ ਬੱਚਾ ਤੁਹਾਡੇ ਕੋਲੋਂ ਮਰਸੀਡੀਜ਼ ਮੰਗਣ ਲੱਗ ਗਿਆ ਆ, ਹੁਣ ਉਹਦਾ ਅਸੀਂ ਕੀ ਕਰੀਏ, ਫਿਰ ਉਹਦੀ ਪੜ੍ਹਾਈ ਦੇ ਵਾਸਤੇ ਖਰਚਾ ਵੀ ਅਸੀਂ ਸਾਰਾ ਆਪ ਹੀ ਚੱਕਣਾ ਆ। ਇੰਨੀਆਂ ਸਾਰੀਆਂ ਪੇਰੈਂਟਸ ਨੇ ਆਪਣੇ ਤੇ ਵੀ ਲੈ ਰੱਖੀਆਂ ਤੇ ਨਾਲ ਨਾਲ ਬੱਚਿਆਂ ਨੂੰ ਵੀ ਸੁਣਾਈ ਜਾਂਦੇ ਆ। ਜੀ ਵਿਚ ਇਜ਼ ਲਾਈਕ ਇਟਸ ਸੈਡ, ਕਿਉਂਕਿ ਮੈਂ ਹਮੇਸ਼ਾ ਕਹਿੰਦਾ ਨਾ ਕਿਉਂ ਨਾ ਆਪਾਂ ਆਪਣੀਆਂ ਐਕਸਪੈਕਟੇਸ਼ਨ ਨੂੰ ਰੀਐਡਜਸਟ ਕਰ ਲਿਆ, ਕਿ ਜੇ ਆਪਾਂ ਕੋਈ ਰੂਲਸ ਬਣਾ ਵੀ ਰਹੇ ਹਾਂ ਬੱਚਿਆਂ ਦੇ ਨਾਲ, ਤੇ ਕਿਉਂ ਨਾ ਆਪਾਂ ਨੂੰ ਇਨਕਲੂਡ ਕਰੀਏ ਰੂਲਸ ਦੇ ਵਿੱਚ, ਤੇ ਨਾਲ ਇਹਨਾਂ ਨੂੰ ਦੱਸੀਏ ਇਹਦੇ ਕੌਨਸੀਕੁਐਂਸਿਸ ਕੀ ਹੋਣਗੇ ਕਿ ਜੇ ਇਹ ਰੂਲ ਨਹੀਂ ਫੋਲੋ ਕੀਤਾ ਗਿਆ। ਕਿਉਂਕਿ ਹੁਣ ਤੁਸੀਂ ਵੀ ਇਨਕਲੂਡ ਹੋਏ ਹੋ ਜੀ ਰੂਲਸ ਬਣਾਉਣ ਦੇ ਵਿੱਚ, ਅਕਾਊਂਟੇਬਿਲਿਟੀ ਆ ਜਾਂਦੀ ਹੈ ਨਾ। ਹੁਣ ਉਹ ਐਕਸਪੋਜ਼ਰ ਕਦੋਂ ਮਿਲਦਾ ਹੈ ਅਕਾਊਂਟੇਬਿਲਿਟੀ ਦਾ? ਪੇਰੈਂਟਸ ਤੋਂ ਹੀ ਮਿਲਦਾ ਹੈ। ਕਿ ਲੈਟਸ ਸੇ ਆਈ ਵਿਲ ਟਾਕ ਅਬਾਊਟ ਰੋਲ ਮਾਡਲਿੰਗ ਜੀ, ਕਿਉਂਕਿ ਇੰਨਾ ਅਸਰ ਹੁੰਦਾ ਹੈ ਐਨਵਾਇਰਨਮੈਂਟ ਦਾ। ਐਂਡ ਪਹਿਲਾ ਸਕੂਲ ਜਿਵੇਂ ਮੈਂ ਕਿਹਾ ਪੇਰੈਂਟਸ ਹੁੰਦੇ ਆ। ਬੱਚਾ ਈਵਨ 3 ਸਾਲ ਦਾ ਭਾਵੇਂ ਵਰਬਲ ਪ੍ਰੋਸੈਸਿੰਗ ਨਹੀਂ ਹੁੰਦੀ, ਹੁਣ ਤਾਂ ਸਾਇੰਸ ਨੇ ਵੀ ਪ੍ਰੂਵ ਕਰਤਾ, ਸਾਈਕੋਲੋਜੀ ਨੇ ਵੀ ਪ੍ਰੂਵ ਕਰਤਾ, ਬੋਡੀ ਰਿਮੈਂਬਰਸ। ਕਿ ਮੇਰੀ ਮਾਂ ਨੇ ਈਵਨ ਮੇਰੇ ਜਦੋਂ ਪ੍ਰੈਗਨੈਂਟ ਸੀਗੀ ਉਸ ਦੌਰਾਨ ਮੇਰੀ ਮਾਂ ਦੇ ਉੱਤੇ ਕੀ ਸਟ੍ਰੈਸ ਰਿਹਾ, that's also gonna be affecting ਬੱਚੇ ਉਹ ਨਹੀਂ ਕਰਦੇ ਜੋ ਤੁਸੀਂ ਉਹਨਾਂ ਨੂੰ ਕਹਿੰਦੇ ਹੋ, ਬੱਚੇ ਉਹ ਕਰਦੇ ਆ ਜੋ ਤੁਸੀਂ ਕਰਦੇ ਹੋ। ਜੀ ਐਬਸੋਲੂਟਲੀ। ਸੋ I generally say ਕਿ ਜੇ ਕੁਝ ਚੇਂਜ ਦੇਖਣਾ ਨਾ ਬੱਚਿਆਂ ਦੇ ਵਿੱਚ, you become what you want in your kids। ਤੇ ਤੁਹਾਡੀ ਐਨਰਜੀ, ਤੁਹਾਡੀ ਪ੍ਰੈਜ਼ੈਂਸ ਇੰਨੀ ਕੰਟੇਜੀਅਸ ਹੋਊਗੀ ਨਾ ਕਿ ਬਹੁਤਾ ਕਹਿਣ ਦੀ ਲੋੜ ਹੀ ਨਹੀਂ ਪੈਣੀ। ਤੁਹਾਡੇ ਐਕਸ਼ਨਸ ਨੇ ਹੀ ਉਹ ਕੰਟੇਜੀਅਨ ਜਿਹੜਾ ਆ ਤੁਹਾਡੇ ਬੱਚਿਆਂ ਦੇ ਵਿੱਚ ਇੰਜੈਕਟ ਕਰ ਲੈਣਾ। So I feel like coming back to what I was saying is ਕਿ ਆਪਾਂ ਬਣ ਜਾਈਏ ਰੋਲ ਮਾਡਲ, ਤਾਂ ਕਿ ਜਿਹੜੀ ਸੋਸ਼ਲ ਮੀਡੀਆ ਦੀ ਇੰਨੀ ਇਨਫਲੂਐਂਸ ਰਹੀ ਨਾ ਉਹਨਾਂ ਦੇ ਉੱਤੇ, ਕਿ ਜੇ ਪਿਆਰ ਅਲਟੀਮੇਟਲੀ ਤੇ ਉਹ ਪਿਆਰ ਦੇ ਭੁੱਖੇ ਆ ਨਾ, attention ਦੇ। It is so important, love, care, respect, safety, these are very important emotions, factors, traits ਜੋ ਤੁਸੀਂ ਕਹਿਣਾ ਚਾਹੋ ਆਪਣੀ ਲਾਈਫ ਦੇ ਵਿੱਚ। ਤੇ ਜੇ ਉਹਨਾਂ ਨੂੰ ਘਰੋਂ ਹੀ ਨਹੀਂ ਮਿਲਣਗੇ, charity begins at home, such a cliche quote, ਜੇ ਘਰੋਂ ਨਹੀਂ ਮਿਲਣਗੇ ਤੇ ਫਿਰ ਬਾਹਰ ਹੀ ਲੱਭਣਗੇ। ਇੱਕ ਜਿਹੜੀ ਖਾਲੀਪਨ ਬਣ ਜਾਂਦਾ ਆ, ਜਿਹੜੀ ਚੀਜ਼ ਘਰੋਂ ਨਹੀਂ ਮਿਲੀ ਹੁੰਦੀ, ਉਹ ਫਿਰ ਖਾਲੀਪਨ ਨੂੰ ਪੂਰਾ ਕਰਨ ਲਈ ਭਾਵੇਂ ਤੁਸੀਂ ਉਹਨੂੰ ਐਡਿਕਸ਼ਨ ਕਹਿ ਲਓ, ਭਾਵੇਂ ਤੁਸੀਂ ਜੋ ਮਰਜ਼ੀ ਨਾਮ ਉਹਨੂੰ ਦੇਣਾ ਉਹਦੇ ਬਾਅਦ ਦੇ ਵਿੱਚ, I feel like ਉਹ ਐਕਸਪੀਰੀਅੰਸ ਜਦੋਂ ਮਿਸ ਆਊਟ ਹੋ ਜਾਂਦਾ ਨਾ, ਫਿਰ ਇਟਸ ਈਜ਼ੀਅਰ ਫॉर them to slip away। ਕਿਉਂਕਿ ਜੇ ਉਹ ਸਟਰੋਂਗ ਰੂਟਸ ਨੇ ਨਾ ਜੋ ਸਲਿਪ ਅਵੇ ਵੀ ਹੋਣਗੇ ਨਾ, they would have that gauge ਕਿ ਮੈਂ ਵਾਪਸ ਕਿਵੇਂ ਆਉਣਾ। ਤੇ ਉਹ ਕਦੋਂ ਆਉਣਾ ਕਿ ਜਦੋਂ ਬੱਚੇ ਦੇਖਦੇ ਬੜੇ ਧਿਆਨ ਨਾਲ ਕਿ ਜਿਵੇਂ ਪੇਰੈਂਟਸ ਦੇ ਵਿੱਚ ਡਿਸਐਗਰੀਮੈਂਟ ਹੋ ਰਿਹਾ ਨਾ, ਮੇਰੀ ਮਦਰ ਕਿੱਦਾਂ ਰਿਐਕਟ ਕਰ ਰਹੀ, ਮੇਰਾ ਫਾਦਰ ਕਿਵੇਂ ਰਿਐਕਟ ਕਰ ਰਿਹਾ, ਤੇ ਇਹ ਦੋਨੋਂ ਰਿਪੇਅਰ ਕਿਵੇਂ ਕਰ ਰਿਹਾ ਰਿਲੇਸ਼ਨਸ਼ਿਪ ਨੂੰ, ਇਹ ਬਾਹਰ ਕਿਵੇਂ ਨਿਕਲ ਰਿਹਾ। ਸੋ ਯੂ ਆਰ ਐਕਚੁਅਲੀ ਟੀਚਿੰਗ them tools without explaining to them। ਕਿ ਜੇ ਸਾਡੇ 'ਚ ਲੜਾਈ ਹੋਈ ਆ ਤੇ ਆਪਾਂ ਲੜਾਈ ਨੂੰ ਸੁਲਝਾਇਆ ਕਿਵੇਂ, ਉਹ 'ਚੋਂ ਬਾਹਰ ਕਿਵੇਂ ਨਿਕਲੇ। ਕਿਉਂਕਿ it's very easy, they're just seeing the book
working in right front of them Yeah. as their parents and environment. I listened to one youngster. He said that ਮੇਰੇ ਮਮ ਡੈਡ ਲੜਾਈ ਕਰਦੇ ਸੀ ਜਦੋਂ ਮੈਂ ਛੋਟਾ ਸੀਗਾ ਤੇ ਨਾ ਪਤਾ ਨਹੀਂ ਕੀ ਹੁੰਦਾ ਸੀਗਾ ਅਗਲੀ ਸਵੇਰ ਸਾਰਾ ਕੁਝ ਠੀਕ ਹੋ ਜਾਂਦਾ ਸੀ ਉਹ ਇਦਾਂ ਹੱਸਦੇ ਹੋਏ ਆਪਣੇ ਰੂਮ ਚੋਂ ਆਉਂਦੇ ਸੀਗੇ ਕਿ ਪਤਾ ਹੀ ਨਹੀਂ ਸੀ ਲੱਗਦਾ ਮੈਂ ਕਨਫਿਊਜ਼ ਹੋ ਜਾਂਦਾ ਸੀ ਕਿ ਇਹਨਾਂ ਨੇ ਤਾਂ ਸੌਰੀ ਵੀ ਨਹੀਂ ਕਿਹਾ ਇੱਕ ਦੂਜੇ ਨੂੰ ਇਦਾਂ ਦਾ ਕੀ ਹੋ ਜਾਂਦਾ ਹੋਊਗਾ ਇਹਨਾਂ ਦੇ ਵਿੱਚ Yeah, that's so true. And ਜਿਹੜੀ confusion ਉਸ ਸਵਾਲ ਨਾਲ ਪੈਦਾ ਹੁੰਦੀ ਕਿ ਹੋ ਕੀ ਰਿਹਾ ਹੈ and to live in that confusion on continuously ਕਿ ਹੁੰਦਾ ਕੀ ਆ ਜਾਂ ਤੇ ਬੱਚਾ ਬਹੁਤ ਹੀ ਫਿਕਰਮੰਦ ਬਣ ਜਾਊਗਾ ਜਾਂ ਫਿਰ ਉਹ ਇਗਨੋਰ ਹੀ ਕਰ ਦੋ ਇਹਨਾਂ ਦਾ ਤੇ ਰੋਜ਼ ਦਾ ਹੀ ਆ ਸੋ ਆਈ ਫੀਲ ਲਾਈਕ ਇਟਸ ਵੈਰੀ ਹਿਊਮਨਲੀ ਰਿਸ਼ਤਿਆਂ ਦੇ ਵਿੱਚ ਰਪਚਰਸ ਜਿਹਨੂੰ ਕਹਿੰਦੇ ਆ ਬੜੇ ਨਾਰਮਲ ਨੇ ਰਿਸ਼ਤੇ ਹੈ ਤਾਂ ਹੀ ਰਪਚਰ ਹੋ ਰਿਹਾ repair is very important and I'm quoting this one of the psychologist Esther Perel karke she's very expert in relationship and she says it's not rupture in relationship is normal the repair is important ਕਿ ਤੁਸੀਂ ਰਿਪੇਅਰ ਉਹਨਾਂ ਨੂੰ ਕਿਵੇਂ ਕਰਦੇ ਹੋ it is very important ਤੇ ਇਹੀ ਬੱਚੇ ਦੇਖਦੇ ਆ Amar, now your final words ਜੀ I would say how to question ਆ ਜੋ ਕਿ ਮੈਂ ਸਾਰਿਆਂ ਨੂੰ ਦੇਣਾ ਚਾਹੂੰਗਾ ਕਿ ਆਪਾਂ ਕਿਵੇਂ ਇਸ ਡਿਸਕਨੈਕਸ਼ਨ ਨੂੰ ਕਨੈਕਸ਼ਨ 'ਚ ਬਦਲੀਏ ਤੇ ਯੂਥ ਨੂੰ ਇਹੀ ਕਹੂੰਗਾ ਕਿ ਤੁਹਾਡੇ ਪੇਰੈਂਟਸ ਲਈ ਤੁਸੀਂ ਉਹਨਾਂ ਦੀ ਜ਼ਿੰਦਗੀ ਸੀਗੇ ਲੈਟਸ ਸੇ 14-15 ਸਾਲ ਤੋਂ ਤੇ ਕਿਉਂ ਨਾ ਆਪਾਂ ਥੋੜ੍ਹੀ ਜਿਹੀ ਗ੍ਰੇਸ ਉਹਨਾਂ ਨੂੰ ਵੀ ਦਈਏ ਜਦੋਂ ਉਹ ਫੇਸ 'ਚ ਜਾਂਦੇ ਡਿਟੈਚਮੈਂਟ ਦੇ ਕਿ ਜਦੋਂ ਤੁਹਾਡੇ ਤੋਂ ਅਲੱਗ ਹੋ ਰਹੇ ਆ ਤੁਸੀਂ ਉਹਨਾਂ ਤੋਂ ਅਲੱਗ ਹੋ ਰਹੇ ਹੋ ਕੈਨ ਵੀ ਬੀ ਮੋਰ ਕਾਈਂਡ ਐਂਡ ਲਵਿੰਗ ਐਂਡ ਕੇਅਰਿੰਗ ਟੂਵਰਡਸ ਆਰ ਪੇਰੈਂਟਸ ਬਿਕੋਜ਼ ਦੇ ਆਰ ਆਲਸੋ ਹਿਊਮਨਸ ਐਂਡ ਇਟ ਗੋਜ਼ ਵਾਈਸ ਵਰਸਾ for both parents. And I'm going to end this with this poem from Khalil Gibran on children. And it says, your children are not your children. They are the sons and daughters of life's longing for itself. They come through you, but not from you. And though they are with you, yet they belong not to you. You may give them your love, but not your thoughts, for they have their own thoughts. You may house their bodies, but not their souls, for their souls dwell in the house of tomorrow, which you cannot visit, not even in your dreams. You may strive to be like them, but seek not to make them like you. For life goes not backward, nor tarries with yesterday. You are the bows from which your children, as living arrows, are sent forth. The archer sees the mark upon the path of infinite, and he bends you with his might, and his arrows may go swift and far. Let your bending in the archer's hand be for gladness, for even as he loves the arrow that flies, so he loves also the bow that is stable. Wow, beautiful. On this note, आज the show wrap up कर दिया. Amar, it was pleasure talking to you. Thank you so much. Likewise, thank you everyone.